ਤੁਹਾਡੇ ਨਾਲ रूबरू ਹੋਏ ਆ। ਅੱਜ ਗੱਲ ਕਰਨੀ ਆ ਪੰਜਾਬ ਬਾਰੇ, ਸਾਡੀ ਹੋਂਦ ਬਾਰੇ। ਮੈਂ ਜਦੋਂ ਹਮੇਸ਼ਾ ਕਹਿਣਾ ਹੁੰਨਾ ਵੀ ਕਸ਼ਮੀਰ ਤੋਂ ਬਾਅਦ ਪੰਜਾਬੀਆਂ ਦਾ ਨੰਬਰ 2 ਲੱਗ ਗਿਆ। ਕਿਵੇਂ ਲੱਗ ਗਿਆ? ਸਾਨੂੰ ਆ ਕਿਸਾਨੀ ਆਡੀਅנס ਦੇ ਥਰੂ ਸਾਡੀ ਮਿੱਟੀ ਨਾਲੋਂ ਖੋਰਿਆ ਜਾ ਰਿਹਾ, ਸਾਡੇ ਪਿੰਡਾਂ ਨਾਲੋਂ ਖੋਰਿਆ ਜਾ ਰਿਹਾ। ਸਾਡੇ ਜੇ ਅਸੀਂ ਗ੍ਰੰਥਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਸਿੱਖ ਫਲਸਫੇ ਨੂੰ ਜਾਂ ਪੰਜਾਬੀ ਫਲਸਫੇ ਨੂੰ ਖੋਰਿਆ ਜਾ ਰਿਹਾ, ਉਹਨੂੰ ਮੰਧੋਲਿਆ ਜਾ ਰਿਹਾ ਜਾਂ ਉਹਨੂੰ ਡਿਮਿਨਿਸ਼ ਕੀਤਾ ਜਾ ਰਿਹਾ। ਹੁਣ ਗੱਲ ਇਹ ਆ ਵੀ ਇਹ ਦੋਨੇ ਗੱਲਾਂ ਆਪਸ 'ਚ ਰਿਲੇਟਡ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਮੈਂ ਕੁਛ ਅੱਜ ਆਪਦੀ ਸਟੱਡੀ ਕੀਤੀ ਸੀ, ਕੁਛ ਨੋਟਸ ਬਣਾਏ ਸੀ। ਜਦੋਂ ਮੈਂ ਕਹਿੰਦਾ ਪੰਜਾਬ ਦੀ ਜਾਂ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ, ਜਿਹਦੇ ਸਾਰੇ ਵਰਗ ਇਹਦੇ 'ਚ ਆ ਜਾਂਦੇ ਆ, ਕਿਵੇਂ ਸਾਡੇ ਹੋਂਦ ਦੀ ਲੜਾਈ ਆ। ਦੇਖੋ, ਪੰਜਾਬ ਨੂੰ ਕਿਸਾਨੀ ਤੋਂ ਬਿਨਾਂ ਜਾਂ ਪੰਜਾਬ ਨੂੰ ਸਿੱਖੀ ਤੋਂ ਬਿਨਾਂ ਕਲਪਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਸਮਾਜਿਕ ਬਣਤਰ ਨੂੰ ਕਿਸਾਨੀ ਜਾਂ ਸਿੱਖੀ ਤੋਂ ਬਿਨਾਂ ਨਹੀਂ ਕਲਪਿਆ ਜਾ ਸਕਦਾ। ਸਾਨੂੰ ਸਾਰਿਆਂ ਨੂੰ ਪਤਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵੀ ਪੰਜਾਬ ਦੀ ਸੱਭਿਅਤਾ ਰਚਣ 'ਚ, ਪੰਜਾਬ ਦੇ ਸਮਾਜਿਕ ਬਣਤਰ ਨੂੰ ਰਚਣ 'ਚ ਬਹੁਤ ਵੱਡਾ ਯੋਗਦਾਨ ਆ। ਉਵੇਂ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਆ, ਆਪਦੇ ਪਿੰਡਾਂ ਨਾਲ ਜੁੜੇ ਹੋਏ ਲੋਕ ਆ। ਤੇ ਜਦੋਂ ਸਾਨੂੰ ਸਾਡੀ ਮਿੱਟੀ ਤੋਂ ਤੇ ਸਾਡੇ ਪਿੰਡਾਂ ਤੋਂ ਖੋਰਿਆ ਜਾਂਦਾ, ਸਾਡਾ ਬੜਾ ਕੁਝ ਖੁਰ ਜਾਂਦਾ। ਇਹ ਸਾਨੂੰ ਸਾਰਿਆਂ ਨੂੰ ਪਤਾ। ਪਰ ਹੁਣ ਅਸਲ ਜਿਹੜੀ ਗੱਲ ਕਰਦੇ ਆ ਨਾ ਵੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਜਾਂ ਸਰਕਾਰਾਂ ਕੰਮ ਕਿਵੇਂ ਕਰਦੀਆਂ, ਅੱਜ ਆਪਾਂ ਇਹਦੀ ਗੱਲ ਕਰਦੇ ਆ। ਸਰਕਾਰਾਂ ਕੰਮ ਐਂ ਕਰਦੀਆਂ, ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਆ। ਸਪੈਸ਼ਲੀ ਅੱਜ ਦੀ ਜਿਹੜੀ ਸਰਕਾਰ ਆ ਬੀਜੇਪੀ, ਤੇ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਬੈਠੀਆਂ ਇਸ ਵੇਲੇ ਸਾਡੇ ਹੁਕਮਰਾਨ ਆ, ਉਹ ਪ੍ਰੋਪੇਗੈਂਡਾ ਪੋਲਿਟਿਕਸ ਕਰਦੇ ਆ। ਤੁਸੀਂ ਇਹ ਦੇਖੋ, ਆ ਨੈਸ਼ਨਲ ਮੀਡੀਆ ਦੇ ਥਰੂ ਜਾਂ ਅਰਨਵ ਗੋਸਵਾਮੀ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ। ਉਹਨੂੰ ਕੋਈ ਫਰਕ ਨਹੀਂ ਪੈਂਦਾ ਪਤੰਦਰ ਨੂੰ, ਲੋਕਾਂ ਨੂੰ ਕੁਛ ਭੁੱਖੇ ਮਰੀ ਜਾਣ, ਉਹਨਾਂ ਨੂੰ ਕੁਛ ਖਾਣ ਨੂੰ ਰੋਟੀ ਮਿਲੇ ਕਿ ਨਾ ਮਿਲੇ, ਨੌਕਰੀਆਂ ਮਿਲਣ ਕਿ ਨਾ ਮਿਲਣ, ਜਾਂ GDP -23% ਜਾ ਰਹੀ ਆ, ਕੋਈ ਇਹਦੀ ਗੱਲ ਨਹੀਂ ਕਰਦਾ। ਉਹ ਸਿਰਫ ਗੱਲ ਕਰੂਗਾ ਸੁਸ਼ਾਂਤ ਸਿੰਘ ਰਾਜਪੂਤ, ਰੀਆ ਚੱਕਰਵਰਤੀ, ਵੀ ਅਸੀਂ ਉਹਨਾਂ ਤੋਂ ਕੀ ਲੈਣਾ ਯਾਰ। ਠੀਕ ਆ, ਕੋਈ ਬੰਦਾ ਮਰ ਗਿਆ, ਤੁਸੀਂ ਇੱਕ ਵੱਖਰੇ ਤੌਰ ਤੇ ਉਹਦੀ ਕੋਈ ਜਾਂਚ ਮੁਹਿੰਮ ਆਪਦਾ ਕਰੋ ਜੋ ਕਰਨਾ, ਪਰ ਉਹਨੂੰ ਨੈਸ਼ਨਲ ਮੀਡੀਆ ਤੇ ਇਸ ਤਰ੍ਹਾਂ ਚੱਕ ਦੇਣਾ ਤੇ ਇੰਨਾ ਪ੍ਰੋਪੇਗੈਂਡਾ ਕਰ ਦੇਣਾ ਵੀ ਲੋਕਾਂ ਦਾ ਧਿਆਨ ਹੀ ਹੋਰ ਪਾਸੇ ਕਰ ਦੇਣਾ। ਮੁੜ ਕੇ ਕੰਗਣਾ ਆ ਜਾਂਦੀ ਆ, ਉਹ ਕਹਿੰਦੀ ਆ ਦੇਖੋ ਭਾਰਤ ਮਾਤਾ ਕੀ ਜੈ, ਮੇਰਾ ਛੱਜਾ ਤੋੜਿਆ ਜਾ ਰਿਹਾ। ਇੱਥੇ ਕਿਸਾਨਾਂ ਦੀਆਂ ਹੱਡੀਆਂ ਤੋੜੀਆਂ ਜਾ ਰਹੀਆਂ, ਉਹਨੂੰ ਤਾਂ ਕੋਈ ਦਿਖਾਉਂਦਾ ਨਹੀਂ। ਇਹਨਾਂ ਨੇ ਨਹੀਂ ਦਿਖਾਉਣਾ। ਇਹਨਾਂ ਨੂੰ ਪਤਾ ਵੀ ਤੁਹਾਨੂੰ ਅਸਲ ਮੁੱਦੇ ਤੋਂ ਭਟਕਾਉਣਾ ਕਿਵੇਂ ਆ ਤੇ ਅਸਲ ਮੁੱਦੇ ਤੋਂ ਦੂਰ ਕਿਵੇਂ ਲੈ ਜਾਣਾ। ਹੁਣ ਇਹ ਗੱਲ ਜਿਹੜੀ ਸਾਜ਼ਿਸ਼ ਆ, ਜਾਂ ਇੱਕ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ ਕੰਟਰੋਵਰਸੀ ਥਿਊਰੀਜ਼ ਜਾਂ ਕਨਸਪੀਰੇਸੀ ਥਿਊਰੀਜ਼, ਐਕਚੁਅਲੀ ਉਹ ਕਨਸਪੀਰੇਸੀ ਥਿਊਰੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਆਪਾਂ। ਅੱਜ ਜਿਹੜਾ ਆਰਡੀਨੈਂਸ ਆਇਆ ਕਿਸਾਨਾਂ ਨੂੰ, ਮੈਂ ਦੱਸਦਾ, ਤੁਸੀਂ ਬਾਦਲ ਬੈਠੇ ਰਹੋ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਆ। ਤੁਸੀਂ ਪਟਿਆਲੇ ਬੈਠੇ ਰਹੋ, ਇਹਨਾਂ ਦੇ ਹੱਥ ਪੱਲੇ ਕੁਛ ਨਹੀਂ ਆ। ਤਾਂ ਵੈਦ ਆ, ਸਾਨੂੰ ਬਿਮਾਰੀ ਦਿੱਲੀੋਂ ਪੈਂਦੀ ਆ, ਅਸੀਂ ਵੈਦਾਂ ਤੋਂ ਕਿਵੇਂ ਲੈ ਲਾਂਗੇ ਦਵਾਈਆਂ? ਵੈਦਾਂ ਨੇ ਕੁਛ ਨਹੀਂ ਦੇਣਾ ਸਾਨੂੰ। ਸਾਨੂੰ ਕੋਈ ਸੰਘਰਸ਼ ਇਹੋ ਜਿਹਾ ਵਿੱਢਣਾ ਪੈਣਾ, ਇਹੋ ਜਿਹੀ ਕ੍ਰਾਂਤੀ ਲਿਆਉਣੀ ਪੈਣੀ ਆ ਜਿੱਥੇ ਅਸੀਂ ਸਰਕਾਰਾਂ ਲਈ ਕੋਈ ਨਾ ਕੋਈ ਮਜਬੂਰੀ ਖੜੀ ਕਰ ਦਈਏ। ਜਦੋਂ ਤੱਕ ਸਰਕਾਰ ਦਿੱਲੀ ਬੈਠੀ ਹੈ ਜਿਹੜੀ, ਉਹਦੇ ਲਈ ਕੋਈ ਮਜਬੂਰੀ ਨਹੀਂ ਖੜੀ ਕਰਾਂਗੇ, ਸਾਨੂੰ ਇਸ ਸੰਘਰਸ਼ 'ਚੋਂ ਕੁਛ ਨਹੀਂ ਮਿਲਣਾ। ਮੋਦੀ ਸਾਹਿਬ ਵੀ ਇਹ ਟਵੀਟ ਕਰ ਦਿੰਦੇ ਆ ਪੰਜਾਬੀ 'ਚ, ਮੋਦੀ ਟਵੀਟ ਕਰਦਾ ਤੇ ਅਸੀਂ ਖੁਸ਼ ਹੋ ਜਾਂਦੇ ਆ। ਬਾਈ ਜੀ, ਇਹਨਾਂ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਣਾ। ਜਾਂ ਇਹ ਕਹਿ ਦਈਏ ਯਾਰ ਅੱਜ ਤਾਂ ਬੜਾ ਧਰਨੇ ਤੇ ਯਾਰ ਰਸ਼ ਸੀ, ਅੱਜ ਤਾਂ ਬਾਈ ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ। ਇਹਨਾਂ ਗੱਲਾਂ 'ਚੋਂ ਵੀ ਕੁਛ ਨਹੀਂ ਮਿਲਣਾ। ਅਸੀਂ ਆਪਦੀ ਮੁੜ ਕੇ 10 ਦਿਨਾਂ ਬਾਅਦ ਘਰੋਂ ਘਰੀ ਹੋ ਜਾਾਂਗੇ। ਮੈਂ ਵੀ ਆ ਜਾਣਾ ਜੀ, ਮੈਂ ਲਓ ਜਿੱਥੇ ਮਰਜ਼ੀ ਬੁਲਾ ਲਓ, ਜਿੱਥੇ ਮਰਜ਼ੀ ਭੁਗਤਾ ਲਓ, ਤੁਹਾਡੇ ਨਾਲ ਖੜਾ। ਪਰ ਉਹਦਾ ਹੱਲ ਕੋਈ ਨਹੀਂ। ਸਾਨੂੰ ਹੱਲ ਵੱਲ ਵਧਣਾ ਪੈਣਾ ਤੇ ਸਾਨੂੰ ਦੇਖਣਾ ਵੀ ਪੈਣਾ ਵੀ ਅਸੀਂ ਜਿਹੜੇ ਸਰਕਾਰ ਨਾਲ, ਜਿਹੜੀ ਏਜੰਸੀਆਂ ਨਾਲ, ਤਾਂ ਜਿਹੜਾ ਕਾਰਪੋਰੇਟ ਸੈਕਟਰ ਆ, ਜਿਹਨੂੰ ਮੈਂ ਕਹਿੰਦਾ ਹੁੰਦਾ ਪੂੰਜੀਵਾਦ, ਉਹਦੇ ਨਾਲ ਲੜ ਰਹੇ ਆ। ਅਸਲ ਜਾੜੇ ਵੀ ਉੱਥੇ ਪਈ ਆ, ਕਿਉਂਕਿ ਕੋਈ ਵੀ ਨੀਤੀ ਬਣਦੀ ਆ, ਕੋਈ ਵੀ ਆਬਜੈਕਟਿਵ ਹੁੰਦਾ, ਆਲਵੇਜ਼ ਰਿਮੈਂਬਰ ਦਿਸ, ਕੋਈ ਵੀ ਆਬਜੈਕਟਿਵ ਆ ਸਰਕਾਰ ਦਾ, ਇਟ ਇਜ਼ ਆਲਵੇਜ਼ ਟੂ ਅਕੋਮੋਡੇਟ ਕਾਰਪੋਰੇਟ ਸੈਕਟਰ। ਸੋ ਉਹ ਪੂੰਜੀਵਾਦ ਨੂੰ ਅਕੋਮੋਡੇਟ ਕਰਨ ਵਾਸਤੇ ਇਹਨਾਂ ਨੇ ਨੀਤੀਆਂ ਬਣਾਈਆਂ ਹੁੰਦੀਆਂ, ਕਿਉਂਕਿ ਸਰਕਾਰਾਂ ਨੂੰ ਰਨ ਹੀ ਇਹ ਕਾਰਪੋਰੇਟ ਸੈਕਟਰ ਕਰਦੇ ਆ। ਲੋ ਮੈਂ ਤੁਹਾਨੂੰ ਇਹ ਕਨਸਪੀਰੇਸੀ ਥਿਊਰੀ ਬਾਰੇ ਦੱਸ ਰਿਹਾ ਸੀ। ਇਹਨੂੰ ਪੰਜਾਬੀ 'ਚ ਕਹਿੰਦੇ ਆ ਸਾਜ਼ਿਸ਼ ਕਿਵੇਂ ਰਚੀ ਗਈ। ਸਾਜ਼ਿਸ਼ ਉਸ ਵੇਲੇ ਤੋਂ ਰਚੀ ਗਈ ਜਦੋਂ ਇਹਨਾਂ ਨੇ ਪਹਿਲਾ ਇੱਕ ਆਰਡੀਨੈਂਸ ਲੈ ਕੇ ਆਂਦਾ, ਜਿਹਦੇ 'ਚ ਜਿਹੜਾ ਮਰਜ਼ੀ ਕਾਰਪੋਰੇਟ ਘਰਾਣਾ ਜਦੋਂ ਬੀਜੇਪੀ ਨੂੰ ਜਾਂ ਕਿਸੇ ਸਰਕਾਰ ਨੂੰ ਫੰਡ ਦੇਊਗਾ,
ਤੇ ਉਹਦੀ ਕੋਈ ਸਵਾਲ ਨਹੀਂ ਕੀਤਾ ਜਾਊਗਾ। ਹੁਣ ਉਹਦਾ ਨਾਂ ਅਨੋਨਿਮਸ ਰੱਖਿਆ ਜਾਊਗਾ ਤੇ ATC ਦੇ ਅੰਡਰ ਸੈਕਸ਼ਨ ATC ਆਫ ਇਨਕਮ ਟੈਕਸ ਦੇ ਅੰਡਰ ਉਹਨੂੰ ਰਿਬੇਟ ਵੀ ਮਿਲੂਗੀ ਸਾਰੀ ਦੀ ਸਾਰੀ, ਜਿਹੜੀ ਉਹਨੇ ਇਹਨਾਂ ਨੂੰ ਕੋਈ ਇਲੈਕਟਰਲ ਬੌਂਡਸ ਦੇ ਥਰੂ ਫੰਡ ਦਿੱਤੇ ਆ। ਹੁਣ ਫੰਡ ਜਾਂਦੇ ਆ ਅੱਜ BJP ਦਾ ਜਿਹੜਾ ਤੁਸੀਂ ਇਹ ਕਹਿ ਲਓ ਸੋਸ਼ਲ ਮੀਡੀਆ ਜਾਂ ਪ੍ਰੋਪੇਗੈਂਡਾ ਪੋਲਿਟਿਕਸ ਦਾ ਜਿਹੜਾ ਉਹਨਾਂ ਦਾ ਬਜਟ ਆ ਉਹ 500 ਜਾਂ 1000 ਕਰੋੜ ਆ। ਹੁਣ ਉਹਨਾਂ ਦੀ ਕੋਈ ਫੈਕਟਰੀਆਂ ਥੋੜੀ ਆ, ਉਹਨਾਂ ਕੋਲੇ ਕਿੱਥੋਂ ਆਉਂਦੇ ਆ? ਇਸ ਕਾਰਪੋਰੇਟ ਸੈਕਟਰ ਤੋਂ ਹੀ ਆਉਂਦੇ ਆ ਤੇ ਮੁੜ ਕੇ ਇਹ ਕੀ ਕਰਦੇ ਆ, ਉਹਨਾਂ ਨੂੰ ਅਕੋਮੋਡੇਟ ਕਰਦੇ ਆ। ਹੁਣ ਇਹਨਾਂ ਨੇ ਸਾਜ਼ਿਸ਼ ਕਿਵੇਂ ਰਚੀ? ਪਹਿਲਾਂ ਉਹ ਆਰਡੀਨੈਂਸ ਆਇਆ ਜਿੱਥੇ ਜਿਹੜੇ ਫੰਡਸ ਮਿਲਣਗੇ ਉਹ ਦੱਸਿਆ ਨਹੀਂ ਜਾਊਗਾ ਕਿੱਥੋਂ ਆਏ ਆ, ਕੌਣ ਦੇ ਰਿਹਾ, ਤੇ ਉਹ ਜਿਹੜਾ ਬੰਦਾ ਦੇ ਰਿਹਾ ਉਹਨੂੰ ਇਨਕਮ ਟੈਕਸ 'ਚ ਰਿਬੇਟ ਵੀ ਦੇਣਗੇ ਤੇ ਉਸ ਇਨਕਮ ਨੂੰ ਐਗਜ਼ਾਮਟ ਵੀ ਕਰਨਗੇ, ਮਤਲਬ ਉਹਨੂੰ ਸਾਰੇ ਫਾਇਦੇ ਦੇਣਗੇ ਔਰ ਦੱਸਣ ਦੀ ਵੀ ਕੋਈ ਲੋੜ ਨਹੀਂ। ਇਸ ਗੱਲ ਤੇ ਉਸ ਵੇਲੇ ਬਹੁਤ ਵਿਰੋਧ ਹੋਇਆ ਪਰ ਉਹਨੂੰ ਦੱਬਿਆ ਗਿਆ, ਕੋਈ ਹੋਰ ਬਿਰਤਾਂਤ ਰਚ ਦਿੱਤਾ ਜਾਂਦਾ। ਕਦੇ ਇਹ ਬਿਰਤਾਂਤ ਰਚਦੇ ਆ ਡੀਮੋਨੇਟਾਈਜੇਸ਼ਨ ਕਰ ਦੋ, ਉਹ ਵੀ ਇਹਨਾਂ ਕਾਰਪੋਰੇਟਾਂ ਵਾਸਤੇ ਕੀਤੀ ਗਈ ਕਿਉਂਕਿ ਬੈਂਕਸ ਕੋਲੇ ਫੰਡ ਹੈ ਨਹੀਂ ਸੀ, ਕਾਰਪੋਰੇਟਸ ਨੂੰ ਫੰਡ ਦੇਣੇ ਸੀ, ਲੋਨ ਦੇਣੇ ਸੀ, ਬੈਂਕਸ ਕੋਲੇ ਫੰਡ ਵਾਪਸ ਕਿਵੇਂ ਆਉਣਗੇ? ਚੱਕੋ ਡੀਮੋਨੇਟਾਈਜੇਸ਼ਨ। ਅੱਛਾ, ਅਗਲੀ ਗੱਲ, ਡਿਫੈਂਸ ਬਜਟ ਕਿਉਂ ਵਧਾਇਆ ਜਾਂਦਾ? ਇਹਦਾ ਵੀ ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਗਵਰਨਮੈਂਟ ਡਿਫੈਂਸ ਬਜਟ ਵਧਾਉਂਦੀ ਆ। ਹੁਣ ਅੱਜ ਮੈਂ ਇੱਥੇ ਕਿਉਂ ਬੈਠਾ ਜਾਂ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਤਾਂ ਤਵੀਆਂ ਤੇ ਬੈਠੇ ਆ, ਖੇਤ 'ਚ ਬੈਠੇ ਆ। ਮੈਂ ਇਹ ਕਹਿੰਦਾ ਵੀ ਆਹ ਸਾਡੀ ਮਿੱਟੀ ਨਾਲ ਬਾਈ ਜੀ ਸਾਡੀ ਹੋਂਦ ਜੁੜੀ ਆ ਤੇ ਜਿੱਦਾਂ ਇਹ ਸਾਡੇ ਨਾਲੋਂ ਤੋੜਤੀ ਨਾ ਪੰਜਾਬ ਤੇ ਅਸੀਂ ਖਤਮ ਹੋ ਜਾਾਂਗੇ, ਸਾਡੀ ਹੋਂਦ ਨੂੰ ਨਹੀਂ ਕਲਪ ਸਕਦੇ ਮੁੜ ਕੇ। ਅਗਲੀ ਗੱਲ ਕਨਸਪੀਰੇਸੀ ਥਿਊਰੀ ਦੀ। ਹੁਣ 22 ਮਾਰਚ ਨੂੰ ਇਹਨਾਂ ਨੇ ਲੋਕਡਾਊਨ ਅਨਾਉਂਸ ਕੀਤਾ। ਇਹਨਾਂ ਨੂੰ ਪਤਾ ਸੀ ਵੀ ਰਾਤੋਂ ਰਾਤ 8 ਕਰੋੜ ਲੇਬਰ ਜਾਂ ਮਾਈਗ੍ਰੈਂਟਸ ਉਹ ਹੋਮਲੈਸ ਹੋ ਜਾਣਗੇ, ਉਹ ਘਰੋਂ ਬਾਹਰ ਹੋ ਜਾਣਗੇ, ਜਿੱਥੇ ਆਪਦੇ ਕੰਮ ਕਰਦੇ ਆ ਉਹ ਜੌਬਸ ਤੋਂ ਨਿਕਲ ਜਾਣਗੇ ਤੇ ਆਪਦੇ ਦੇਸ਼ਾਂ ਵੱਲ, ਆਪਦੇ ਸਟੇਟਸ ਵੱਲ, ਬਿਹਾਰ UP ਦੀ ਲੇਬਰ ਜਿਵੇਂ ਗਈ ਆ ਉਧਰ ਨੂੰ ਚਾਲਾ ਪਾਉਣਗੇ। ਤੁਹਾਨੂੰ ਕੀ ਲੱਗਦਾ ਇਹ ਰੇਲਾਂ ਨਹੀਂ ਚਲਾ ਸਕਦੇ ਸੀ ਕਿ ਹਵਾਈ ਜਹਾਜ਼ ਨਹੀਂ ਚਲਾ ਸਕਦੇ ਸੀ? ਉਹਨਾਂ ਨੂੰ ਭੇਜਣ ਵਾਸਤੇ ਚਲਾ ਸਕਦੇ ਸੀ ਪਰ ਨਹੀਂ ਚਲਾਏ ਗਏ। ਕਿਉਂ ਨਹੀਂ ਚਲਾਏ ਗਏ? ਕਿਉਂਕਿ ਇਹ ਚਾਹੁੰਦੇ ਸੀ ਵੀ ਉਹ ਪੂਰੀ ਲੇਬਰ ਜਿਹੜੀ ਜਾਵੇ ਉਹ ਪੂਰੀ ਹਾਰਡਸ਼ਿਪ, ਮਤਲਬ ਸਖਤ ਜਿਹੜੀਆਂ ਉਹਨਾਂ ਤੇ ਕੋਈ ਗੱਲਾਂ ਵੀ ਉਹਨਾਂ ਦੇ ਡੰਡੇ ਵੀ ਮਾਰੋ ਤੇ ਉਹਨਾਂ ਨੂੰ ਐ ਭੇਜੋ ਵੀ ਤੇ ਜ਼ੁਲਮ ਵੀ ਕਰੋ ਉਹਨਾਂ ਤੇ, ਉਹ ਸਾਰੇ ਜਿਹੜੇ ਸਰਕਮਸਟੈਂਸਸ ਫੇਸ ਕਰਕੇ ਆਪਦੇ ਘਰੋਂ ਘਰੀ ਜਾਵੇ ਤੇ ਇਸ ਕਰਕੇ ਵੀ ਮੁੜ ਕੇ ਆਉਣ ਦਾ ਨਾਂ ਨਾ ਲਵੇ। ਹੁਣ ਕਿਉਂ ਉੱਥੇ ਗਈ ਆ? ਕਿਉਂਕਿ ਜਦੋਂ ਕਾਰਪੋਰੇਟਸ ਨੂੰ ਖੇਤੀਬਾੜੀ ਆਰਡੀਨੈਂਸ ਲਿਆ ਕੇ ਅਕੋਮੋਡੇਟ ਕਰਨਾ, ਪਹਿਲਾਂ ਉਹਨਾਂ ਲਈ ਮੰਡੀ ਵੀ ਕ੍ਰੀਏਟ ਕਰਨੀ ਹੈ ਤਾਂ UP ਬਿਹਾਰ ਜਾਂ ਹੋਰ ਜਿਹੜੀਆਂ ਸਟੇਟਾਂ ਤੋਂ ਜਿੱਥੋਂ ਲੇਬਰ ਆਈ ਸੀ, ਜਿੱਥੇ ਖੇਤੀ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਪੰਜਾਬ 'ਚ ਹੁੰਦੀ ਆ ਸਾਡੇ ਜਾਂ ਹਰਿਆਣੇ 'ਚ ਹੁੰਦੀ ਆ, ਤਾਂ ਉਹਨਾਂ ਲੇਬਰ ਨੂੰ ਉੱਥੇ ਭੇਜਿਆ ਗਿਆ ਵਾਪਸ ਆਪਦੇ ਘਰ, ਜਿੱਥੇ ਇਹਨਾਂ ਨੂੰ ਪਤਾ ਵੀ ਉਹਨਾਂ ਕੋਲੇ ਹੋਰ ਕੋਈ ਢੰਗ ਰਹਿਣਾ ਨਹੀਂ ਕਮਾਈ ਦਾ, ਸਿਰਫ ਉਹ ਰਹਿਣਗੇ ਖੇਤੀਬਾੜੀ ਤੇ ਨਿਰਭਰ। ਹੁਣ ਉੱਥੇ ਅਗਲੀ ਗੱਲ ਸੁਣ ਲਿਓ, ਉੱਥੇ ਜਾਣਗੇ ਇਹ ਕਾਰਪੋਰੇਟ ਹਾਊਸਸ, ਡੀਮਾਰਟ ਹੋ ਗਿਆ, ਆ ਬ੍ਰਿਟਾਨੀਆ ਹੋ ਗਿਆ, ਰਿਲਾਇੰਸ ਫਰੈਸ਼ ਹੋ ਗਿਆ, ਅਦਾਨੀ ਦੇ ਜਿਹੜੇ ਮਰਜ਼ੀ ਇਹਦੇ 'ਚ ਹੋ ਗਏ, ਇਹ ਜਾਣਗੇ ਉੱਥੇ, ਗੋਦਰੇਜ ਹੋ ਗਿਆ, ਹਨਾ। ਇਹਨਾਂ ਨੇ ਉਸ ਲੇਬਰ ਨੂੰ ਜਾ ਕੇ ਐਕਸਪਲੋਇਟ ਕਰਨਾ, ਇਹਨਾਂ ਨੇ ਉਹਨਾਂ ਤੇ ਧੱਕੇ ਕਰਨੇ ਆ ਵੀ ਤੁਸੀਂ ਐਂ ਕਰੋ, ਤੁਸੀਂ ਇੱਥੇ ਹੀ ਖੇਤੀ ਕਰੋ, ਅਸੀਂ ਤੁਹਾਨੂੰ ਦਿੰਨੇ ਆ ਪੈਸੇ। ਪੈਸੇ ਕਿਹੜੇ ਦੇਣੇ ਆ? ਐਕਸਪਲੋਇਟ ਕਰਨਾ, ਉਹਨਾਂ ਤੋਂ ਸਲੇਵਰੀ ਕਰਾਉਣੀ ਆ, ਉਹਨਾਂ ਤੋਂ ਸਲੇਵਰੀ ਕਰਾ ਕੇ ਉੱਥੇ ਜੋ ਚਾਹਣਗੇ ਪੈਦਾ ਕਰਾਉਣਗੇ। ਹੁਣ ਮੰਨ ਲਓ ਇੱਕ ਤਾਂ ਜਿਹੜੀ ਕਣਕ ਆ ਉਹ ਬਿਹਾਰ 'ਚ ਪੈਦਾ ਹੋ ਰਹੀ ਹੈ ਤੇ ਅਸੀਂ ਪੈਦਾ ਕਰ ਰਹੇ ਹਾਂ ਪੰਜਾਬ 'ਚ। ਪਹਿਲੀ ਗੱਲ ਤਾਂ ਸਾਡੇ ਕੋਲੇ ਲੇਬਰ ਨਹੀਂ ਹੋਣੀ, ਇੱਥੇ ਲੇਬਰ ਨਹੀਂ ਹੋਣੀ ਤਾਂ ਪ੍ਰੋਡਕਟ ਕਾਸਟ ਵਧੂਗੀ। ਫਸਲ ਪੈਦਾ ਕਰਨ ਦੀ ਪਹਿਲਾਂ ਹੀ ਬਥੇਰੀ ਆ ਸਾਡੀ ਕਾਸਟ, ਇਨਪੁੱਟ ਕਾਸਟ ਆ ਜਿਹੜੀ ਖੇਤੀ ਦੀ ਉਹ ਵਧੂਗੀ। ਉਹਨਾਂ ਦੀ ਇਨਪੁੱਟ ਕਾਸਟ ਉੱਥੇ ਘੱਟ ਹੋਊਗੀ ਕਿਉਂਕਿ ਉਹਨਾਂ ਨੇ ਉਹ ਲੇਬਰ ਨੂੰ ਐਕਸਪਲੋਇਟ ਕਰਕੇ ਘੱਟ ਪੈਸਿਆਂ ਤੇ ਘਰੇ ਬਹਿ ਕੇ ਪੈਸੇ ਦੇਣੇ ਆ। ਅਗਲਿਆਂ ਕੋਲੇ ਤਾਂ ਉਹ ਕੰਮ ਹੈ ਨਹੀਂ ਸੀ, ਹੁਣ ਕੰਮ ਮਿਲਦਾ ਤਾਂ ਉੱਥੇ ਰਹਿ ਕੇ ਕੰਮ ਕਰਨਗੇ ਉਹ। ਅੱਛਾ, ਇਸ ਨਾਲ ਕੀ ਹੋਊ? ਪੰਜਾਬ ਦਾ ਜਿਹੜਾ ਕਿਸਾਨੀ ਆ ਜਾਂ ਪੰਜਾਬ ਦਾ ਜਿਹੜਾ ਐਗਰੀਕਲਚਰ ਆਪਣਾ ਇੱਕ ਸਿਸਟਮ ਆ, ਐਗਰੇਰੀਅਨ ਸੁਸਾਇਟੀ ਆ, ਉੱਥੇ ਸਾਡੀ ਕਾਸਟ ਵਧੀ ਤਾਂ ਫਸਲਾਂ ਦੇ ਮੁੱਲ ਵਧਣਗੇ, ਉਹਨਾਂ ਦੀਆਂ ਫਸਲਾਂ ਦੇ ਮੁੱਲ ਹੋਣਗੇ ਘੱਟ ਬਾਈ ਜੀ। ਇਸ ਕਰਕੇ ਉਸ ਕੰਪੀਟੀਸ਼ਨ 'ਚ ਆ ਕੇ ਸਾਨੂੰ ਆਪਦੇ ਮੁੱਲ ਵੀ ਥੱਲੇ ਸਿੱਟਣੇ ਪੈਣੇ ਆ। ਜਦੋਂ ਅਸੀਂ ਘੱਟ ਮੁੱਲਾਂ ਤੇ ਫਸਲਾਂ ਵੇਚੀਆਂ ਤੇ ਸਾਡੇ ਹੱਥਾਂ 'ਚ ਤਾਂ ਕੁਝ ਰਹਿ ਹੀ ਨਹੀਂ ਜਾਣਾ ਨਾ। ਅਸੀਂ ਜੇ ਸੋਚਦੇ ਹਾਂ ਵੀ ਹੁਣ ਕਿਸਾਨੀ ਤੋਂ ਮੁਨਾਫਾ ਹੋ ਜੂ, ਸਾਨੂੰ ਕੋਈ ਮੁਨਾਫਾ ਨਹੀਂ ਹੋਣਾ। ਜੇ ਅੱਜ 1900 ਰੁਪਏ ਜਿਹੜੀ ਤੁਸੀਂ ਕਹਿ ਲਓ MSP ਆ ਆਪਾਂ ਨੂੰ ਕਣਕ ਦੀ ਪਰ ਕੁਇੰਟਲ, ਤੇ ਉਹ 1900 ਉਹਨਾਂ ਨੇ ਵੇਚਣਾ 1500,
ਹੁਣ ਤੁਹਾਨੂੰ ਕੰਪੀਟੀਸ਼ਨ ਪ੍ਰਾਈਜ਼ ਦੇਣੀ ਪੈਣੀ ਆ, ਤੁਹਾਨੂੰ 1500 ਹੀ ਵੇਚਣੀ ਪੈਣੀ ਆ। ਇਸ ਚੱਕਰ 'ਚ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੇ ਹੋਰ ਡਿੱਗ ਪੈਣਾ, ਪੰਜਾਬ ਦੀ ਪਰ ਕੈਪੀਟਾ ਇਨਕਮ ਹੋਰ ਡਿੱਗ ਪੈਣੀ ਆ। ਸੋ ਇਸ ਨਾਲ ਕੀ ਹੋਊ, ਹੁਣ ਸਾਡੀਆਂ ਜ਼ਮੀਨਾਂ ਸਸਤੀਆਂ ਹੋਣਗੀਆਂ, ਹੋਰ 5-10 ਸਾਲਾਂ ਨੂੰ ਜ਼ਮੀਨਾਂ ਸਸਤੀਆਂ ਹੋਣਗੀਆਂ ਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਬੈਠੇ ਆ ਵੱਡੇ ਵੱਡੇ, ਉਹਨਾਂ ਨੇ ਆ ਕੇ ਇੱਥੇ ਜ਼ਮੀਨਾਂ ਵੀ ਖਰੀਦਣੀਆਂ, ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਤੋੜਨਾ। ਮੈਂ ਜੇ ਕਹਿੰਦਾ ਹੋਂਦ ਦੀ ਲੜਾਈ ਆ, ਜੇ ਸਾਡੇ ਕੋਲੋਂ, ਸਾਡੇ ਕਿਸਾਨਾਂ ਕੋਲੋਂ ਆ ਸਾਡੇ ਹੱਥੋਂ ਨਿਕਲ ਗਈ ਨਾ, ਜਿਹਨੂੰ ਅਸੀਂ ਮਾਂ ਕਹਿੰਦੇ ਆ ਆਪਦੀ ਧਰਤੀ ਨੂੰ, ਬਾਈ ਜੀ ਹੋਂਦ ਤਾਂ ਭੁੱਲ ਜਾਓ, ਤੁਹਾਨੂੰ ਤੁਹਾਡੀ ਧਰਤੀ ਤੋਂ ਦੇਸ਼ ਨਿਕਾਲਾ ਮਿਲ ਜੂ। ਹੁਣ ਮੇਰੇ ਤੇ ਜਿਹੜੇ ਬੰਦੇ ਸਵਾਲ ਕਰਦੇ ਆ ਨਾ ਵੀ ਇਹ ਸਨੀ ਦਿਓਲ ਦੇ ਨਾਲ ਸੀ, ਬੀਜੇਪੀ ਦੇ ਅਗੇਂਸਟ ਬੋਲਦਾ, ਹੀ ਇਜ਼ ਅ ਬਲੈਕ ਸ਼ੀਪ, ਇਹ ਤਾਂ ਪਲਾਂਟ ਕੀਤਾ ਹੋਇਆ। ਲੈ ਮੈਂ ਇਹ ਕਹਿੰਦਾ ਮੇਰੇ ਆ 50-50 ਸਾਲ ਹੋ ਗਏ ਤੁਹਾਡੇ ਨਾਲ ਜਿਹੜੇ ਲੀਡਰ ਖੜੇ ਆ, ਹਰ ਬੰਦੇ ਨੇ ਗਦਾਰੀ ਕੀਤੀ ਆ, ਤੇ ਜੇ ਮੈਂ ਗਦਾਰੀ ਕਰ ਜਾ, ਮੈਨੂੰ ਦੇਸ਼ ਨਿਕਾਲਾ ਦੇ ਦਿਓ, ਪੰਜਾਬ ਨਿਕਾਲਾ ਦੇ ਦਿਓ, ਮੁੜ ਕੇ ਨਹੀਂ ਮੈਂ ਮੂੰਹ ਦਿਖਾਉਂਦਾ। ਮੈਂ ਕੋਈ ਇਲੈਕਸ਼ਨ ਨਹੀਂ ਲੜਨੇ, ਮੈਂ ਤਾਂ ਉਹਦੇ ਲੋਕਾਂ ਲਈ ਲੜਨ ਆਇਆ। ਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਬੈਠ ਕੇ ਸਾਨੂੰ ਢੰਗ ਲੱਭਣਾ ਪਊਗਾ, ਕੋਈ ਨਾ ਕੋਈ ਪੋਲੀਟੀਕਲ ਮਜਬੂਰੀ ਖੜੀ ਕਰਨੀ ਪਊਗੀ। ਜਦੋਂ ਤੱਕ ਅਸੀਂ ਇਹਨਾਂ ਦੀ ਮਜਬੂਰੀ ਨਹੀਂ ਖੜੀ ਕਰਦੇ, ਇਹ ਸਾਡੇ ਤੇ ਜ਼ੁਲਮ ਕਰਦੇ ਰਹਿਣਗੇ, ਸਾਡਾ ਸ਼ੋਸ਼ਣ ਕਰਦੇ ਰਹਿਣਗੇ, ਤੇ ਅਸਲ ਚੀਜ਼ ਨੂੰ ਦੱਬ ਕੇ ਆ ਸੁਸ਼ਾਂਤ ਸਿੰਘ, ਕੰਗਣਾ ਤੇ ਚਾਈਨਾ ਇਹੋ ਜਿਹੇ ਮੁੱਦੇ ਚੱਕ ਕੇ ਸਾਡੇ ਯੂਥ ਨੂੰ, ਸਾਡੀ ਨੌਜਵਾਨੀ ਨੂੰ ਵੀ ਫੜੀ ਰੱਖਣਗੇ। ਤਾਂ ਗੱਲ ਸਾਡੇ ਗ੍ਰੰਥਾਂ ਤੇ ਆ, ਅੱਜ ਗੱਲ ਸਾਡੀ ਕਿਸਾਨੀ ਤੇ ਆ। ਹੁਣ ਇਸੇ ਚੱਕਰ 'ਚ ਆਪਾਂ ਇਹ ਕਹਿੰਦੇ ਆ ਵੀ ਕਿਉਂ ਨਹੀਂ ਵਿਰੋਧ ਹੋ ਰਿਹਾ ਇਹਦਾ ਆਲ ਇੰਡੀਆ ਲੈਵਲ ਤੇ, ਬਿਹਾਰ, ਯੂਪੀ, ਐਮਪੀ, ਰਾਜਸਥਾਨ, ਇੱਥੇ ਕਿਉਂ ਨਹੀਂ ਵਿਰੋਧ ਹੋ ਰਿਹਾ? ਬਾਈ ਜੀ ਉੱਥੇ ਵਿਰੋਧ ਹੋ ਹੀ ਨਹੀਂ ਸਕਦਾ। ਪੈਸੇ ਤਾਂ ਅੱਜ ਸਾਡੀ ਜਿਹੜੀ ਕਿਸਾਨੀ ਆ, ਸਾਨੂੰ ਸਾਡੇ ਕੋਲੇ ਰਿਸੋਰਸਸ ਵੀ ਆ ਸਿੰਜਾਈ ਦੇ, ਸਾਡੇ ਕੋਲੇ ਪਾਣੀ ਵੀ ਆ, ਸਾਡੇ ਕੋਲੇ ਮਸ਼ੀਨਾਂ ਵੀ ਆ, ਸਾਡੇ ਕੋਲੇ ਲੇਬਰ ਵੀ ਹੁੰਦੀ ਸੀ। ਤੇ ਸਾਡੀ ਕਿਸਾਨੀ ਦਾ ਇੱਕ ਲੈਵਲ ਆ, ਉਹ ਲੈਵਲ ਨਹੀਂ ਰਹਿਣਾ। ਅਸੀਂ ਇਹਨਾਂ ਦੇ ਗੁਲਾਮ ਬਣ ਜਾਾਂਗੇ, ਸਲੇਬ ਬਣ ਜਾਾਂਗੇ, ਇਹਨਾਂ ਦੇ ਥੱਲੇ ਲੱਗ ਕੇ ਜਿਵੇਂ ਕਰਨਗੇ ਉਵੇਂ ਕੰਮ ਕਰਾਈ ਜਾਣਗੇ। ਇੱਕ ਗੱਲ ਹੋਰ ਯਾਦ ਰੱਖਿਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਲੜ ਕਿਹਦੇ ਨਾਲ ਰਹੇ ਹੋ, ਸੰਘਰਸ਼ ਕਿਹਦੇ ਖਿਲਾਫ ਕਰ ਰਹੇ ਹੋ। ਜੇ ਅਸੀਂ ਉਹਨਾਂ ਨੂੰ ਕਹਾਂਗੇ ਐਮਐਸਪੀ ਹੈ ਨਹੀਂ, ਕਹਿਣਗੇ ਚੱਕੋ ਐਮਐਸਪੀ। APMCs ਹੈ ਨਹੀਂ, ਜਿੱਥੇ ਜਾ ਕੇ ਅਸੀਂ ਫਸਲਾਂ ਵੇਚਦੇ ਸੀ, ਕਿਉਂਕਿ ਆਰਡੀਨੈਂਸ 'ਚ ਸਭ ਤੋਂ ਵੱਡੀ ਖਰਾਬੀ ਆ, ਉੱਥੇ ਮਾਰਕੀਟ ਦੀ ਜਾਂ ਮੰਡੀ ਦੀ ਡੈਫੀਨੇਸ਼ਨ ਹੀ ਨਹੀਂ ਆ। ਜੇ ਸਾਰੇ ਦੇਸ਼ ਨੂੰ ਮੰਡੀ ਕਹੀ ਜਾਂਦੇ ਆ, ਉਹ ਡੈਫੀਨੇਸ਼ਨ ਹੀ ਨਹੀਂ ਆ ਕੋਈ। ਤਾਂ ਜੇ ਸਾਡੇ ਕੋਲੇ ਮੰਡੀ ਨਹੀਂ ਹੈ ਤਾਂ ਸਾਡੇ ਕੋਲੇ MSP ਨਹੀਂ ਆ। MSP ਜੇ ਹੋਵੇ ਵੀ, ਪਹਿਲਾਂ ਤਾਂ ਹੋਰ 6 ਮਹੀਨੇ ਸਾਲ ਬਾਅਦ MSP ਵੀ ਇਹ ਲੈ ਲੈਣਗੇ ਤੁਹਾਡੇ ਤੋਂ। ਜੇ ਹੋਵੇ ਵੀ ਬਾਈ ਜੀ, ਇੱਕ ਪਾਸੇ ਤਾਂ ਕਾਰਪੋਰੇਟ ਬੈਠਾ, ਇੱਕ ਪਾਸੇ ਵੱਡਾ ਵਪਾਰੀ ਬੈਠਾ, ਉਹਨੇ ਸਾਨੂੰ ਕਹਿਣਾ ਲਿਆ ਬਈ ਫਲਾਨਾ ਸਿਆ ਸੈਟ ਆਫ ਦੀ ਫਸਲ ਇੱਥੇ, ਮੈਂ ਦਿੰਦਾ ਤੈਨੂੰ ਨਗਦ ਪੈਸੇ, ਤੇ ਮੈਂ ਜਿਹੜਾ 8.5% ਆੜਤੀਏ ਨੂੰ ਤੂੰ ਦੇਣਾ ਵਿੱਚੋਂ, ਉਹ ਵੀ ਨਹੀਂ ਲੈਂਦਾ ਤੇਰੇ ਤੋਂ। ਤੇ ਆਪਣਾ ਤਾਂ ਕਿਸਾਨ ਪਹਿਲਾਂ ਜਿੱਦੇ ਫਸਲ ਆਪਾਂ ਕਣਕ ਨਿਕਲਦੀ ਆ, ਅਗਲੇ ਦਿਨ ਵੇਚਣ ਨੂੰ ਤਿਆਰ ਹੁੰਦੇ ਆ, ਸਾਡੇ ਤਾਂ ਖਰਚੇ ਖੜੇ ਹੁੰਦੇ ਆ, ਅਸੀਂ ਕਿੱਥੋਂ ਭੰਡਾਰ ਰੱਖ ਲਾਂਗੇ ਉਹਨਾਂ ਦੇ। ਇਹਨਾਂ ਨੇ ਨਾਲ ਐਸੈਂਸ਼ੀਅਲ ਕਮੋਡਿਟੀ ਐਕਟ ਵੀ ਸੋਧ ਕੀਤੀ ਵੀ ਜਿੰਨਾ ਮਰਜ਼ੀ ਸਟੋਰ ਕਰੋ, ਕਿਸਾਨ ਨਹੀਂ ਸਟੋਰ ਕਰ ਸਕਦਾ, ਵਪਾਰੀ ਹੀ ਕਰ ਸਕਦਾ ਸਟੋਰ। ਇਹ ਵੀ ਸਮਝਣ ਦੀ ਜ਼ਰੂਰਤ ਆ। ਹੁਣ ਅਗਲਾ ਫਲਾਨਾ ਸਿਆ ਕਹੂਗਾ ਯਾਰ ਮੈਨੂੰ ਮਿਲਦੇ ਆ ਅੱਜ ਪੈਸੇ, ਉਹ ਵੀ ਨਗਦ, ਅੱਛਾ ਫਿਰ ਮੈਨੂੰ ਆੜਤੀਏ ਦੇ ਵੀ ਨਹੀਂ ਦੇਣੇ ਪੈਂਦੇ, ਸਿੱਟੋ ਵਪਾਰੀ ਦੇ। ਹੁਣ ਵਪਾਰੀ ਨੇ ਕਹਿਣਾ ਵੀ ਇੱਕ ਗੱਲ ਆ, ਤੈਨੂੰ MSP ਤੋਂ 100 ਰੁਪਇਆ ਘੱਟ ਵੇਚਣੀ ਪਊਗਾ, ਆਪਾਂ ਕਹਾਂਗੇ ਆ ਚੱਕ ਯਾਰ ਸਾਨੂੰ ਤਾਂ ਜ਼ਰੂਰਤ ਆ। ਇਸ ਚੱਕਰ 'ਚ ਉਹ MSP ਦਾ ਤੇ ਉਸ APMC ਦਾ ਉਹਦਾ ਕੋਈ ਫਾਇਦਾ ਨਹੀਂ ਰਿਹਾ ਸਾਨੂੰ, ਉਸ ਮੰਡੀ ਦਾ ਕੋਈ ਫਾਇਦਾ ਨਹੀਂ ਰਿਹਾ। ਹੌਲੀ ਹੌਲੀ ਇਹ ਜਿਹੜੀ ਵਪਾਰੀ ਕਲਚਰ ਆ ਜਾਂ ਪੂੰਜੀਵਾਦ ਆ, ਇਹਨੇ ਸਾਡੇ ਤੇ ਹਾਵੀ ਹੋ ਜਾਣਾ, ਕਿਸਾਨੀ ਤੇ ਹਾਵੀ ਹੋ ਜਾਣਾ। ਤੇ ਪੂੰਜੀਵਾਦ ਨੇ ਤਾਂ ਮੁਨਾਫਾ ਦੇਖਣਾ, ਲੋਕ ਭਲਾਈ ਨਹੀਂ ਦੇਖਣੀ। ਸਰਕਾਰਾਂ ਲੋਕ ਭਲਾਈ ਤੇ ਕੰਮ ਕਰਦੀਆਂ ਹੀ ਨਹੀਂ, ਸਮਝ ਲਓ ਇਹ। ਤੇ ਜੇ ਅਸੀਂ ਇਕੱਠੇ ਹੋ ਕੇ ਲੋਕ ਲਹਿਰ ਪੈਦਾ ਕਰ ਗਏ, ਫੇਰ ਹੀ ਗੱਲ ਚੱਲਦੀ ਆ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਮੈਂ ਕਰਨੀਆਂ ਸੀ। ਇੱਕ ਗੱਲ, ਇੱਕ ਨਾ ਆ ਟਰੈਕਟਰ ਲੰਘ ਜਾਣ ਦੀ ਏ ਆਵਾਜ਼ ਜੀ ਵਿੱਚ ਆਉਂਦੀ ਆ, ਫੇਰ ਕਰਦੇ ਆ ਗੱਲ। ਇੱਕ ਜਰਮਨ ਮਿਨਿਸਟਰ ਸੀ ਹਿਟਲਰ ਦੀ ਗਵਰਨਮੈਂਟ 'ਚ, ਜੋਸਫ ਗਲੋਬ, ਉਹਨੇ ਇੱਕ ਗੱਲ ਕਹੀ ਸੀ ਅੰਗਰੇਜ਼ੀ 'ਚ, ਮੈਂ ਉਹਦਾ ਤਰਜਮਾ ਵੀ ਕਰ ਦੂੰਗਾ। ਆ ਲਾਈਕ 100 ਵਾਰੀ ਬੋਲਿਆ ਜਾਂਦਾ ਤਾਂ ਉਹ ਸੱਚ ਹੋ ਜਾਂਦਾ। ਤੇ ਜਿਹੜੀ ਪ੍ਰੋਪੇਗੈਂਡਾ ਪੋਲਿਟਿਕਸ ਹੈ ਨਾ ਅੱਜ ਦੀ, ਉਹ ਇਹੀ ਆ ਵੀ 100 ਵਾਰੀ ਝੂਠ ਬੋਲਦੇ ਆ, ਸਾਨੂੰ ਲੱਗਣ ਲੱਗ ਜਾਂਦਾ, ਸਾਡਾ ਨੋਸ਼ਨ ਤੇ ਧਾਰਨਾਵਾਂ ਇਹ ਬਣ ਜਾਂਦੀਆਂ ਵੀ ਇਹ ਤਾਂ ਸੱਚ ਗੱਲ ਕਰੀ ਜਾਂਦੇ ਆ। ਸੋ ਸਾਨੂੰ ਇਕੱਠੇ ਹੋ ਕੇ ਇਹ ਸੰਘਰਸ਼ ਵਿੱਢਣ ਦੀ ਜ਼ਰੂਰਤ ਆ। ਸਾਨੂੰ ਸਾਡੀ ਹੋਂਦ ਲਈ ਲੜਨਾ ਪਊਗਾ। ਸਾਡੀ ਹੋਂਦ
ਸਾਡੀਆਂ ਗ੍ਰੰਥਾਂ ਨਾਲ ਜੁੜੀ ਆ, ਸਾਡੇ ਫਲਸਫਿਆਂ ਨਾਲ ਜੁੜੀ ਆ, ਸਾਡੀ ਮਿੱਟੀ ਨਾਲ ਜੁੜੀ ਆ। ਇਹ ਧਿਆਨ 'ਚ ਰੱਖਿਓ ਆਪਦੇ ਬਾਈ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਹਮੇਸ਼ਾ। ਆਈ ਐਮ ਆਲਵੇਜ਼ देयर ਵਿਦ ਯੂ, ਆਲਵੇਜ਼। I've come here to fight for my people. I've come here to fight for my land, and I will never betray you guys, and that's a promise. ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਤੁਹਾਡੇ ਨਾਲ ਰੂਬਰੂ ਹੋਏ ਆ। ਅੱਜ ਗੱਲ ਕਰਨੀ ਆ ਪੰਜਾਬ ਬਾਰੇ, ਸਾਡੀ ਹੋਂਦ ਬਾਰੇ। ਮੈਂ ਜਦੋਂ ਹਮੇਸ਼ਾ ਕਹਿਣਾ ਹੁੰਨਾ ਵੀ ਕਸ਼ਮੀਰ ਤੋਂ ਬਾਅਦ ਪੰਜਾਬੀਆਂ ਦਾ ਨੰਬਰ 2 ਲੱਗ ਗਿਆ। ਕਿਵੇਂ ਲੱਗ ਗਿਆ? ਸਾਨੂੰ ਆ ਕਿਸਾਨੀ ਆਡੀਅנס ਦੇ ਥਰੂ ਸਾਡੀ ਮਿੱਟੀ ਨਾਲੋਂ ਖੋਰਿਆ ਜਾ ਰਿਹਾ, ਸਾਡੇ ਪਿੰਡਾਂ ਨਾਲੋਂ ਖੋਰਿਆ ਜਾ ਰਿਹਾ। ਸਾਡੇ ਜੇ ਅਸੀਂ ਗ੍ਰੰਥਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਸਿੱਖ ਫਲਸਫੇ ਨੂੰ ਜਾਂ ਪੰਜਾਬੀ ਫਲਸਫੇ ਨੂੰ ਖੋਰਿਆ ਜਾ ਰਿਹਾ, ਉਹਨੂੰ ਮੰਧੋਲਿਆ ਜਾ ਰਿਹਾ ਜਾਂ ਉਹਨੂੰ ਡਿਮਿਨਿਸ਼ ਕੀਤਾ ਜਾ ਰਿਹਾ। ਹੁਣ ਗੱਲ ਇਹ ਆ ਵੀ ਇਹ ਦੋਨੇ ਗੱਲਾਂ ਆਪਸ 'ਚ ਰਿਲੇਟਡ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਮੈਂ ਕੁਛ ਅੱਜ ਆਪਦੀ ਸਟੱਡੀ ਕੀਤੀ ਸੀ, ਕੁਛ ਨੋਟਸ ਬਣਾਏ ਸੀ। ਜਦੋਂ ਮੈਂ ਕਹਿੰਦਾ ਪੰਜਾਬ ਦੀ ਜਾਂ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ, ਜਿਹਦੇ ਸਾਰੇ ਵਰਗ ਇਹਦੇ 'ਚ ਆ ਜਾਂਦੇ ਆ। ਕਿਵੇਂ ਸਾਡੇ ਹੋਂਦ ਦੀ ਲੜਾਈ ਆ? ਦੇਖੋ, ਪੰਜਾਬ ਨੂੰ ਕਿਸਾਨੀ ਤੋਂ ਬਿਨਾ ਜਾਂ ਪੰਜਾਬ ਨੂੰ ਸਿੱਖੀ ਤੋਂ ਬਿਨਾ ਕਲਪਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਸਮਾਜਿਕ ਬਣਤਰ ਨੂੰ ਕਿਸਾਨੀ ਜਾਂ ਸਿੱਖੀ ਤੋਂ ਬਿਨਾ ਨਹੀਂ ਕਲਪਿਆ ਜਾ ਸਕਦਾ। ਸਾਨੂੰ ਸਾਰਿਆਂ ਨੂੰ ਪਤਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵੀ ਪੰਜਾਬ ਦੀ ਸੱਭਿਅਤਾ ਰਚਣ 'ਚ, ਪੰਜਾਬ ਦੇ ਸਮਾਜਿਕ ਬਣਤਰ ਨੂੰ ਰਚਣ 'ਚ ਬਹੁਤ ਵੱਡਾ ਯੋਗਦਾਨ ਆ। ਉਵੇਂ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਆ, ਆਪਦੇ ਪਿੰਡਾਂ ਨਾਲ ਜੁੜੇ ਹੋਏ ਲੋਕ ਆ। ਤੇ ਜਦੋਂ ਸਾਨੂੰ ਸਾਡੀ ਮਿੱਟੀ ਤੋਂ ਤੇ ਸਾਡੇ ਪਿੰਡਾਂ ਤੋਂ ਖੋਰਿਆ ਜਾਂਦਾ, ਸਾਡਾ ਬੜਾ ਕੁਝ ਖੁਰ ਜਾਂਦਾ। ਇਹ ਸਾਨੂੰ ਸਾਰਿਆਂ ਨੂੰ ਪਤਾ। ਪਰ ਹੁਣ ਅਸਲ ਜਿਹੜੀ ਗੱਲ ਕਰਦੇ ਆ ਨਾ ਵੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਜਾਂ ਸਰਕਾਰਾਂ ਕੰਮ ਕਿਵੇਂ ਕਰਦੀਆਂ, ਅੱਜ ਆਪਾਂ ਇਹਦੀ ਗੱਲ ਕਰਦੇ ਆ। ਸਰਕਾਰਾਂ ਕੰਮ ਆਏ ਕਰਦੀਆਂ, ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਆ। ਸਪੈਸ਼ਲੀ ਅੱਜ ਦੀ ਜਿਹੜੀ ਸਰਕਾਰ ਆ ਬੀਜੇਪੀ, ਤੇ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਬੈਠੀਆਂ ਇਸ ਵੇਲੇ ਸਾਡੇ ਹੁਕਮਰਾਨ, ਉਹ ਪ੍ਰੋਪੇਗੈਂਡਾ ਪੋਲਿਟਿਕਸ ਕਰਦੇ ਆ। ਤੁਸੀਂ ਇਹ ਦੇਖੋ, ਆ ਨੈਸ਼ਨਲ ਮੀਡੀਆ ਦੇ ਥਰੂ ਜਾਂ ਅਰਨਵ ਗੋਸਵਾਮੀ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ। ਉਹਨੂੰ ਕੋਈ ਫਰਕ ਨਹੀਂ ਪੈਂਦਾ ਪਤੰਦਰ ਨੂੰ, ਲੋਕਾਂ ਨੂੰ ਕੁਛ ਭੁੱਖੇ ਮਰੀ ਜਾਣ, ਉਹਨਾਂ ਨੂੰ ਕੁਛ ਖਾਣ ਨੂੰ ਰੋਟੀ ਮਿਲੇ ਕਿ ਨਾ ਮਿਲੇ, ਨੌਕਰੀਆਂ ਮਿਲਣ ਕਿ ਨਾ ਮਿਲਣ, ਜਾਂ GDP -23% ਜਾ ਰਹੀ ਆ, ਕੋਈ ਇਹਦੀ ਗੱਲ ਨਹੀਂ ਕਰਦਾ। ਉਹ ਸਿਰਫ ਗੱਲ ਕਰੂਗਾ ਸੁਸ਼ਾਂਤ ਸਿੰਘ ਰਾਜਪੂਤ, ਰੀਆ ਚੱਕਰਵਰਤੀ, ਵੀ ਅਸੀਂ ਉਹਨਾਂ ਤੋਂ ਕੀ ਲੈਣਾ ਯਾਰ। ਠੀਕ ਆ, ਕੋਈ ਬੰਦਾ ਮਰ ਗਿਆ, ਤੁਸੀਂ ਇੱਕ ਵੱਖਰੇ ਤੌਰ ਤੇ ਉਹਦੀ ਕੋਈ ਜਾਂਚ ਮੁਹਿੰਮ ਆਪਦਾ ਕਰੋ ਜੋ ਕਰਨਾ, ਪਰ ਉਹਨੂੰ ਨੈਸ਼ਨਲ ਮੀਡੀਆ ਤੇ ਇਸ ਤਰ੍ਹਾਂ ਚੱਕ ਦੇਣਾ ਤੇ ਇੰਨਾ ਪ੍ਰੋਪੇਗੈਂਡਾ ਕਰ ਦੇਣਾ ਵੀ ਲੋਕਾਂ ਦਾ ਧਿਆਨ ਹੀ ਹੋਰ ਪਾਸੇ ਕਰ ਦੇਣਾ। ਮੁੜ ਕੇ ਕੰਗਣਾ ਆ ਜਾਂਦੀ ਆ, ਉਹ ਕਹਿੰਦੀ ਆ ਦੇਖੋ ਭਾਰਤ ਮਾਤਾ ਕੀ ਜੈ, ਮੇਰਾ ਛੱਜਾ ਤੋੜਿਆ ਜਾ ਰਿਹਾ। ਇੱਥੇ ਕਿਸਾਨਾਂ ਦੀਆਂ ਹੱਡੀਆਂ ਤੋੜੀਆਂ ਜਾ ਰਹੀਆਂ, ਉਹਨੂੰ ਤਾਂ ਕੋਈ ਦਿਖਾਉਂਦਾ ਨਹੀਂ। ਇਹਨਾਂ ਨੇ ਨਹੀਂ ਦਿਖਾਉਣਾ। ਇਹਨਾਂ ਨੂੰ ਪਤਾ ਵੀ ਤੁਹਾਨੂੰ ਅਸਲ ਮੁੱਦੇ ਤੋਂ ਭਟਕਾਉਣਾ ਕਿਵੇਂ ਆ ਤੇ ਅਸਲ ਮੁੱਦੇ ਤੋਂ ਦੂਰ ਕਿਵੇਂ ਲੈ ਜਾਣਾ। ਹੁਣ ਇਹ ਗੱਲ ਜਿਹੜੀ ਸਾਜ਼ਿਸ਼ ਆ, ਜਾਂ ਇੱਕ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ ਕੰਟਰੋਵਰਸੀ ਥਿਊਰੀਜ਼ ਜਾਂ ਕਨਸਪੀਰੇਸੀ ਥਿਊਰੀਜ਼। ਐਕਚੁਅਲੀ ਉਹ ਕਨਸਪੀਰੇਸੀ ਥਿਊਰੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਆਪਾਂ ਅੱਜ। ਜਿਹੜਾ ਆਰਡੀਨੈਂਸ ਆਇਆ ਕਿਸਾਨਾਂ ਨੂੰ, ਮੈਂ ਦੱਸਦਾ, ਤੁਸੀਂ ਬਾਦਲ ਬੈਠੇ ਰਹੋ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਆ। ਤੁਸੀਂ ਪਟਿਆਲੇ ਬੈਠੇ ਰਹੋ, ਇਹਨਾਂ ਦੇ ਹੱਥ ਪੱਲੇ ਕੁਛ ਨਹੀਂ। ਇਹ ਤਾਂ ਵੈਦ ਆ। ਸਾਨੂੰ ਬਿਮਾਰੀ ਦਿੱਲੀੋਂ ਪੈਂਦੀ ਆ, ਅਸੀਂ ਵੈਦਾਂ ਤੋਂ ਕਿਵੇਂ ਲੈ ਲਾਂਗੇ ਦਵਾਈਆਂ? ਵੈਦਾਂ ਨੇ ਕੁਛ ਨਹੀਂ ਦੇਣਾ ਸਾਨੂੰ। ਸਾਨੂੰ ਕੋਈ ਸੰਘਰਸ਼ ਇਹੋ ਜਿਹਾ ਵਿੱਢਣਾ ਪੈਣਾ, ਇਹੋ ਜਿਹੀ ਕ੍ਰਾਂਤੀ ਲਿਆਉਣੀ ਪੈਣੀ ਆ ਜਿੱਥੇ ਅਸੀਂ ਸਰਕਾਰਾਂ ਲਈ ਕੋਈ ਨਾ ਕੋਈ ਮਜਬੂਰੀ ਖੜੀ ਕਰ ਦਈਏ। ਜਦੋਂ ਤੱਕ ਸਰਕਾਰ ਦਿੱਲੀ ਬੈਠੀ ਹੈ ਜਿਹੜੀ, ਉਹਦੇ ਲਈ ਕੋਈ ਮਜਬੂਰੀ ਨਹੀਂ ਖੜੀ ਕਰਾਂਗੇ, ਸਾਨੂੰ ਇਸ ਸੰਘਰਸ਼ 'ਚੋਂ ਕੁਛ ਨਹੀਂ ਮਿਲਣਾ। ਮੋਦੀ ਸਾਹਿਬ ਵੀ ਇਹ ਟਵੀਟ ਕਰ ਦਿੰਦੇ ਆ ਪੰਜਾਬੀ 'ਚ, ਮੋਦੀ ਟਵੀਟ ਕਰਦਾ ਤੇ ਅਸੀਂ ਖੁਸ਼ ਹੋ ਜਾਂਦੇ ਆ। ਬਾਈ ਜੀ, ਇਹਨਾਂ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਣਾ। ਜਾਂ ਇਹ ਕਹਿ ਦਈਏ ਯਾਰ ਅੱਜ ਤਾਂ ਬੜਾ ਧਰਨੇ ਤੇ ਯਾਰ ਰਸ਼ ਸੀ, ਅੱਜ ਤਾਂ ਬਾਈ ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ। ਇਹਨਾਂ ਗੱਲਾਂ 'ਚੋਂ ਵੀ ਕੁਛ ਨਹੀਂ ਮਿਲਣਾ। ਅਸੀਂ ਆਪਦੀ ਮੁੜ ਕੇ 10 ਦਿਨਾਂ ਬਾਅਦ ਘਰੋਂ ਘਰੀ ਹੋ ਜਾਾਂਗੇ। ਮੈਂ ਵੀ ਆ ਜਾਣਾ ਜੀ, ਮੈਂ ਲਓ ਜਿੱਥੇ ਮਰਜ਼ੀ ਬੁਲਾ ਲਓ, ਜਿੱਥੇ ਮਰਜ਼ੀ ਭੁਗਤਾ ਲਓ, ਤੁਹਾਡੇ ਨਾਲ ਖੜਾ। ਪਰ ਉਹਦਾ ਹੱਲ ਕੋਈ ਨਹੀਂ। ਸਾਨੂੰ ਹੱਲ ਵੱਲ ਵਧਣਾ ਪੈਣਾ ਤੇ ਸਾਨੂੰ ਦੇਖਣਾ ਵੀ ਪੈਣਾ ਵੀ ਅਸੀਂ ਜਿਹੜੇ ਸਰਕਾਰ ਨਾਲ, ਜਿਹੜੀ ਏਜੰਸੀਆਂ ਨਾਲ, ਤਾਂ ਜਿਹੜਾ ਕਾਰਪੋਰੇਟ ਸੈਕਟਰ ਆ, ਜਿਹਨੂੰ ਮੈਂ ਕਹਿੰਦਾ ਹੁੰਦਾ ਪੂੰਜੀਵਾਦ, ਉਹਦੇ ਨਾਲ ਲੜ ਰਹੇ ਆ। ਅਸਲ ਜਾੜੇ ਵੀ ਉੱਥੇ ਪਈ ਆ, ਕਿਉਂਕਿ ਕੋਈ ਵੀ ਨੀਤੀ ਬਣਦੀ ਆ, ਕੋਈ ਵੀ ਆਬਜੈਕਟਿਵ ਹੁੰਦਾ, ਆਲਵੇਜ਼ ਰਿਮੈਂਬਰ ਦਿਸ, ਕੋਈ ਵੀ ਆਬਜੈਕਟਿਵ ਆ ਸਰਕਾਰ ਦਾ, ਇਟ ਇਜ਼ ਆਲਵੇਜ਼ ਟੂ ਅਕੋਮੋਡੇਟ ਕਾਰਪੋਰੇਟ ਸੈਕਟਰ। ਸੋ
ਉਹ ਪੂੰਜੀਵਾਦ ਨੂੰ ਅਕੋਮੋਡੇਟ ਕਰਨ ਵਾਸਤੇ ਇਹਨਾਂ ਨੇ ਨੀਤੀਆਂ ਬਣਾਈਆਂ ਹੁੰਦੀਆਂ, ਕਿਉਂਕਿ ਸਰਕਾਰਾਂ ਨੂੰ ਰਨ ਹੀ ਇਹ ਕਾਰਪੋਰੇਟ ਸੈਕਟਰ ਕਰਦੇ ਆ। ਲੋ ਮੈਂ ਤੁਹਾਨੂੰ ਇਹ ਕਨਸਪੀਰੇਸੀ ਥਿਊਰੀ ਬਾਰੇ ਦੱਸ ਰਿਹਾ ਸੀ, ਇਹਨੂੰ ਪੰਜਾਬੀ 'ਚ ਕਹਿੰਦੇ ਆ ਸਾਜ਼ਿਸ਼ ਕਿਵੇਂ ਰਚੀ ਗਈ। ਸਾਜ਼ਿਸ਼ ਉਸ ਵੇਲੇ ਤੋਂ ਰਚੀ ਗਈ ਜਦੋਂ ਇਹਨਾਂ ਨੇ ਪਹਿਲਾ ਇੱਕ ਆਰਡੀਨੈਂਸ ਲੈ ਕੇ ਆਂਦਾ ਜਿਹਦੇ 'ਚ ਜਿਹੜਾ ਮਰਜ਼ੀ ਕਾਰਪੋਰੇਟ ਘਰਾਣਾ ਜਦੋਂ ਬੀਜੇਪੀ ਨੂੰ ਜਾਂ ਕਿਸੇ ਸਰਕਾਰ ਨੂੰ ਫੰਡ ਦੇਊਗਾ ਤੇ ਉਹਦੀ ਕੋਈ ਸਵਾਲ ਨਹੀਂ ਕੀਤਾ ਜਾਊਗਾ। ਹੁਣ ਉਹਦਾ ਨਾਂ ਅਨੋਨਿਮਸ ਰੱਖਿਆ ਜਾਊਗਾ ਤੇ ATC ਦੇ ਅੰਡਰ ਸੈਕਸ਼ਨ ATC ਆਫ ਇਨਕਮ ਟੈਕਸ ਦੇ ਅੰਦਰ ਉਹਨੂੰ ਰਿਬੇਟ ਵੀ ਮਿਲੂਗੀ ਸਾਰੀ ਦੀ ਸਾਰੀ, ਜਿਹੜੀ ਉਹਨੇ ਇਹਨਾਂ ਨੂੰ ਕੋਈ ਇਲੈਕਟਰਲ ਬੌਂਡਸ ਦੇ ਥਰੂ ਫੰਡ ਦਿੱਤੇ ਆ। ਹੁਣ ਫੰਡ ਜਾਂਦੇ ਆ ਅੱਜ ਬੀਜੇਪੀ ਦਾ ਜਿਹੜਾ ਤੁਸੀਂ ਇਹ ਕਹਿ ਲਓ ਸੋਸ਼ਲ ਮੀਡੀਆ ਜਾਂ ਪ੍ਰੋਪੇਗੈਂਡਾ ਪੋਲਿਟਿਕਸ ਦਾ ਜਿਹੜਾ ਉਹਨਾਂ ਦਾ ਬਜਟ ਆ ਉਹ 500 ਜਾਂ 1000 ਕਰੋੜ ਆ। ਹੁਣ ਉਹਨਾਂ ਦੀ ਕੋਈ ਫੈਕਟਰੀਆਂ ਥੋੜੀ ਆ, ਉਹਨਾਂ ਕੋਲੇ ਕਿੱਥੋਂ ਆਉਂਦੇ ਆ? ਇਸ ਕਾਰਪੋਰੇਟ ਸੈਕਟਰ ਤੋਂ ਹੀ ਆਉਂਦੇ ਆ ਤੇ ਮੁੜ ਕੇ ਇਹ ਕੀ ਕਰਦੇ ਆ, ਉਹਨਾਂ ਨੂੰ ਅਕੋਮੋਡੇਟ ਕਰਦੇ ਆ। ਹੁਣ ਇਹਨਾਂ ਨੇ ਸਾਜ਼ਿਸ਼ ਕਿਵੇਂ ਰਚੀ? ਪਹਿਲਾਂ ਉਹ ਆਰਡੀਨੈਂਸ ਆਇਆ ਜਿੱਥੇ ਜਿਹੜੇ ਫੰਡਸ ਮਿਲਣਗੇ ਉਹ ਦੱਸਿਆ ਨਹੀਂ ਜਾਊਗਾ ਕਿੱਥੋਂ ਆਏ ਆ, ਕੌਣ ਦੇ ਰਿਹਾ, ਤੇ ਉਹ ਜਿਹੜਾ ਬੰਦਾ ਦੇ ਰਿਹਾ ਉਹਨੂੰ ਇਨਕਮ ਟੈਕਸ 'ਚ ਰਿਬੇਟ ਵੀ ਦੇਣਗੇ ਤੇ ਉਸ ਇਨਕਮ ਨੂੰ ਐਗਜ਼ਾਮਟ ਵੀ ਕਰਨਗੇ, ਮਤਲਬ ਉਹਨੂੰ ਸਾਰੇ ਫਾਇਦੇ ਦੇਣਗੇ ਔਰ ਦੱਸਣ ਦੀ ਵੀ ਕੋਈ ਲੋੜ ਨਹੀਂ। ਇਸ ਗੱਲ ਤੇ ਉਸ ਵੇਲੇ ਬਹੁਤ ਵਿਰੋਧ ਹੋਇਆ ਪਰ ਉਹਨੂੰ ਦੱਬਿਆ ਗਿਆ, ਕੋਈ ਹੋਰ ਬਿਰਤਾਂਤ ਰਚ ਦਿੱਤਾ ਜਾਂਦਾ। ਕਦੇ ਇਹ ਬਿਰਤਾਂਤ ਰਚਦੇ ਆ ਡੀਮੋਨੇਟਾਈਜੇਸ਼ਨ ਕਰ ਦੋ, ਉਹ ਵੀ ਇਹਨਾਂ ਕਾਰਪੋਰੇਟ ਵਾਸਤੇ ਕੀਤੀ ਗਈ ਕਿਉਂਕਿ ਬੈਂਕਸ ਕੋਲੇ ਫੰਡ ਹੈ ਨਹੀਂ ਸੀ, ਕਾਰਪੋਰੇਟਸ ਨੂੰ ਫੰਡ ਦੇਣੇ ਸੀ, ਲੋਨ ਦੇਣੇ ਸੀ, ਬੈਂਕਸ ਕੋਲੇ ਫੰਡ ਵਾਪਸ ਕਿਵੇਂ ਆਉਣਗੇ? ਚੱਕੋ ਡੀਮੋਨੇਟਾਈਜੇਸ਼ਨ। ਅੱਛਾ, ਅਗਲੀ ਗੱਲ, ਡਿਫੈਂਸ ਬਜਟ ਕਿਉਂ ਵਧਾਇਆ ਜਾਂਦਾ? ਇਹਦਾ ਵੀ ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਗਵਰਨਮੈਂਟ ਡਿਫੈਂਸ ਬਜਟ ਵਧਾਉਂਦੀ ਆ। ਹੁਣ ਅੱਜ ਮੈਂ ਇੱਥੇ ਕਿਉਂ ਬੈਠਾ ਜਾਂ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ, ਤਵੀਆਂ ਤੇ ਬੈਠੇ ਆ, ਖੇਤ 'ਚ ਬੈਠੇ ਆ, ਮੈਂ ਇਹ ਕਹਿੰਦਾ ਵੀ ਆਹ ਸਾਡੀ ਮਿੱਟੀ ਨਾਲ ਬਾਈ ਜੀ ਸਾਡੀ ਹੋਂਦ ਜੁੜੀ ਆ ਤੇ ਜਿੱਦਾਂ ਇਹ ਸਾਡੇ ਨਾਲੋਂ ਤੋੜਤੀ ਨਾ ਪੰਜਾਬ ਤੇ ਅਸੀਂ ਖਤਮ ਹੋ ਜਾਾਂਗੇ, ਸਾਡੀ ਹੋਂਦ ਨੂੰ ਨਹੀਂ ਕਲਪ ਸਕਦੇ ਮੁੜ ਕੇ। ਅਗਲੀ ਗੱਲ ਕਨਸਪੀਰੇਸੀ ਥਿਊਰੀ ਦੀ, ਹੁਣ 22 ਮਾਰਚ ਨੂੰ ਇਹਨਾਂ ਨੇ ਲੋਕਡਾਊਨ ਅਨਾਉਂਸ ਕੀਤਾ। ਇਹਨਾਂ ਨੂੰ ਪਤਾ ਸੀ ਵੀ ਰਾਤੋਂ ਰਾਤ 8 ਕਰੋੜ ਲੇਬਰ ਜਾਂ ਮਾਈਗ੍ਰੈਂਟਸ ਉਹ ਹੋਮਲੈਸ ਹੋ ਜਾਣਗੇ, ਉਹ ਘਰੋਂ ਬਾਹਰ ਹੋ ਜਾਣਗੇ, ਜਿੱਥੇ ਆਪਦੇ ਕੰਮ ਕਰਦੇ ਆ ਉਹ ਜੌਬਸ ਤੋਂ ਨਿਕਲ ਜਾਣਗੇ ਤੇ ਆਪਦੇ ਦੇਸ਼ਾਂ ਵੱਲ, ਆਪਦੇ ਸਟੇਟਸ ਵੱਲ, ਬਿਹਾਰ ਯੂਪੀ ਦੀ ਲੇਬਰ ਜਿਵੇਂ ਗਈ ਆ ਉਧਰ ਨੂੰ ਚਾਲਾ ਪਾਉਣਗੇ। ਤੁਹਾਨੂੰ ਕੀ ਲੱਗਦਾ ਇਹ ਰੇਲਾਂ ਨਹੀਂ ਚਲਾ ਸਕਦੇ ਸੀ ਕਿ ਹਵਾਈ ਜਹਾਜ਼ ਨਹੀਂ ਚਲਾ ਸਕਦੇ ਸੀ? ਉਹਨਾਂ ਨੂੰ ਭੇਜਣ ਵਾਸਤੇ ਚਲਾ ਸਕਦੇ ਸੀ ਪਰ ਨਹੀਂ ਚਲਾਏ ਗਏ। ਕਿਉਂ ਨਹੀਂ ਚਲਾਏ ਗਏ? ਕਿਉਂਕਿ ਇਹ ਚਾਹੁੰਦੇ ਸੀ ਵੀ ਉਹ ਪੂਰੀ ਲੇਬਰ ਜਿਹੜੀ ਜਾਵੇ ਉਹ ਪੂਰੀ ਹਾਰਡਸ਼ਿਪ, ਮਤਲਬ ਸਖਤ ਜਿਹੜੀਆਂ ਉਹਨਾਂ ਤੇ ਕੋਈ ਗੱਲਾਂ ਵੀ ਉਹਨਾਂ ਦੇ ਡੰਡੇ ਵੀ ਮਾਰੋ ਤੇ ਉਹਨਾਂ ਨੂੰ ਐ ਭੇਜੋ ਵੀ ਤੇ ਜ਼ੁਲਮ ਵੀ ਕਰੋ ਉਹਨਾਂ ਤੇ, ਉਹ ਸਾਰੇ ਜਿਹੜੇ ਸਰਕਮਸਟੈਂਸਸ ਫੇਸ ਕਰਕੇ ਆਪਦੇ ਘਰੋਂ ਘਰੀ ਜਾਵੇ ਤੇ ਇਸ ਕਰਕੇ ਵੀ ਮੁੜ ਕੇ ਆਉਣ ਦਾ ਨਾਂ ਨਾ ਲਵੇ। ਹੁਣ ਕਿਉਂ ਉੱਥੇ ਗਈ ਆ? ਕਿਉਂਕਿ ਜਦੋਂ ਕਾਰਪੋਰੇਟਸ ਨੂੰ ਖੇਤੀਬਾੜੀ ਆਰਡੀਨੈਂਸ ਲਿਆ ਕੇ ਅਕੋਮੋਡੇਟ ਕਰਨਾ, ਪਹਿਲਾਂ ਉਹਨਾਂ ਲਈ ਮੰਡੀ ਵੀ ਕ੍ਰੀਏਟ ਕਰਨੀ ਹੈ ਤਾਂ ਯੂਪੀ, ਬਿਹਾਰ ਜਾਂ ਹੋਰ ਜਿਹੜੀਆਂ ਸਟੇਟਾਂ ਤੋਂ ਜਿੱਥੋਂ ਲੇਬਰ ਆਈ ਸੀ, ਜਿੱਥੇ ਖੇਤੀ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਪੰਜਾਬ 'ਚ ਹੁੰਦੀ ਆ ਸਾਡੇ ਜਾਂ ਹਰਿਆਣੇ 'ਚ ਹੁੰਦੀ ਆ, ਤਾਂ ਉਹਨਾਂ ਲੇਬਰ ਨੂੰ ਉੱਥੇ ਭੇਜਿਆ ਗਿਆ ਵਾਪਸ ਆਪਦੇ ਘਰ, ਜਿੱਥੇ ਇਹਨਾਂ ਨੂੰ ਪਤਾ ਵੀ ਉਹਨਾਂ ਕੋਲੇ ਹੋਰ ਕੋਈ ਢੰਗ ਰਹਿਣਾ ਨਹੀਂ ਕਮਾਈ ਦਾ, ਸਿਰਫ ਉਹ ਰਹਿਣਗੇ ਖੇਤੀਬਾੜੀ ਤੇ ਨਿਰਭਰ। ਹੁਣ ਉੱਥੇ ਅਗਲੀ ਗੱਲ ਸੁਣ ਲਿਓ, ਉੱਥੇ ਜਾਣਗੇ ਇਹ ਕਾਰਪੋਰੇਟ ਹਾਊਸਸ, ਡੀਮਾਰਟ ਹੋ ਗਿਆ, ਆ ਬ੍ਰਿਟਾਨੀਆ ਹੋ ਗਿਆ, ਰਿਲਾਇੰਸ ਫਰੈਸ਼ ਹੋ ਗਿਆ, ਅਦਾਨੀ ਦੇ ਜਿਹੜੇ ਮਰਜ਼ੀ ਇਹਦੇ 'ਚ ਹੋ ਗਏ, ਇਹ ਜਾਣਗੇ ਉੱਥੇ, ਗੋਦਰੇਜ ਹੋ ਗਿਆ, ਹਨਾ। ਇਹਨਾਂ ਨੇ ਉਸ ਲੇਬਰ ਨੂੰ ਜਾ ਕੇ ਐਕਸਪਲੋਇਟ ਕਰਨਾ, ਇਹਨਾਂ ਨੇ ਉਹਨਾਂ ਤੇ ਧੱਕੇ ਕਰਨੇ ਆ ਵੀ ਤੁਸੀਂ ਐਂ ਕਰੋ, ਤੁਸੀਂ ਇੱਥੇ ਹੀ ਖੇਤੀ ਕਰੋ, ਅਸੀਂ ਤੁਹਾਨੂੰ ਦਿੰਨੇ ਆ ਪੈਸੇ। ਪੈਸੇ ਕਿਹੜੇ ਦੇਣੇ ਆ? ਐਕਸਪਲੋਇਟ ਕਰਨਾ, ਉਹਨਾਂ ਤੋਂ ਸਲੇਵਰੀ ਕਰਾਉਣੀ ਆ, ਉਹਨਾਂ ਤੋਂ ਸਲੇਵਰੀ ਕਰਾ ਕੇ ਉੱਥੇ ਜੋ ਚਾਹਣਗੇ ਪੈਦਾ ਕਰਾਉਣਗੇ। ਹੁਣ ਮੰਨ ਲਓ ਇੱਕ ਤਾਂ ਜਿਹੜੀ ਕਣਕ ਆ ਉਹ ਬਿਹਾਰ 'ਚ ਪੈਦਾ ਹੋ ਰਹੀ ਹੈ ਤੇ ਅਸੀਂ ਪੈਦਾ ਕਰ ਰਹੇ ਹਾਂ ਪੰਜਾਬ 'ਚ। ਪਹਿਲੀ ਗੱਲ ਤਾਂ ਸਾਡੇ ਕੋਲੇ ਲੇਬਰ ਨਹੀਂ ਹੋਣੀ, ਇੱਥੇ ਲੇਬਰ ਨਹੀਂ ਹੋਣੀ ਤਾਂ ਪ੍ਰੋਡਕਟ ਕਾਸਟ ਵਧੂਗੀ। ਫਸਲ ਪੈਦਾ ਕਰਨ ਦੀ ਪਹਿਲਾਂ ਹੀ ਬਥੇਰੀ ਆ ਸਾਡੀ ਕਾਸਟ, ਇਨਪੁਟ ਕਾਸਟ ਆ ਜਿਹੜੀ ਖੇਤੀ ਦੀ ਉਹ ਵਧੂਗੀ। ਉਹਨਾਂ ਦੀ ਇਨਪੁਟ ਕਾਸਟ ਉੱਥੇ ਘੱਟ ਹੋਊਗੀ ਕਿਉਂਕਿ ਉਹਨਾਂ ਨੇ ਉਹ ਲੇਬਰ ਨੂੰ ਐਕਸਪਲੋਇਟ ਕਰਕੇ ਘੱਟ ਪੈਸਿਆਂ ਤੇ ਘਰੇ ਬਹਿ ਕੇ ਪੈਸੇ ਦੇਣੇ ਆ। ਅਗਲਿਆਂ ਕੋਲੇ ਤਾਂ ਉਹ ਕੰਮ ਹੈ ਨਹੀਂ ਸੀ, ਹੁਣ ਕੰਮ ਮਿਲਦਾ ਤਾਂ ਉੱਥੇ ਰਹਿ ਕੇ ਕੰਮ ਕਰਨਗੇ ਉਹ। ਅੱਛਾ, ਇਸ ਨਾਲ ਕੀ ਹੋਊ? ਪੰਜਾਬ ਦਾ ਜਿਹੜਾ ਕਿਸਾਨੀ ਆ ਜਾਂ ਪੰਜਾਬ ਦਾ ਜਿਹੜਾ ਐਗਰੀਕਲਚਰ ਆਪਣਾ ਇੱਕ ਸਿਸਟਮ ਆ, ਐਗਰੇਰੀਅਨ ਸੁਸਾਇਟੀ ਆ, ਉੱਥੇ ਸਾਡੀ ਕਾਸਟ ਵਧੀ ਤਾਂ ਫਸਲਾਂ ਦੇ ਮੁੱਲ ਵਧਣਗੇ, ਉਹਨਾਂ ਦੀਆਂ ਫਸਲਾਂ ਦੇ ਮੁੱਲ ਹੋਣਗੇ ਘੱਟ ਬਾਈ ਜੀ।
ਇਸ ਕਰਕੇ ਉਸ ਕੰਪੀਟੀਸ਼ਨ 'ਚ ਆ ਕੇ ਸਾਨੂੰ ਆਪਦੇ ਮੁੱਲ ਵੀ ਥੱਲੇ ਸਿੱਟਣੇ ਪੈਣੇ ਆ। ਜਦੋਂ ਅਸੀਂ ਘੱਟ ਮੁੱਲਾਂ ਤੇ ਫਸਲਾਂ ਵੇਚੀਆਂ ਤੇ ਸਾਡੇ ਹੱਥਾਂ 'ਚ ਤਾਂ ਕੁਝ ਰਹਿ ਹੀ ਨਹੀਂ ਜਾਣਾ ਨਾ। ਅਸੀਂ ਜੇ ਸੋਚਦੇ ਆ ਵੀ ਹੁਣ ਕਿਸਾਨੀ ਤੋਂ ਮੁਨਾਫਾ ਹੋ ਜੂ, ਸਾਨੂੰ ਕੋਈ ਮੁਨਾਫਾ ਨਹੀਂ ਹੋਣਾ। ਜੇ ਅੱਜ 1900 ਰੁਪਏ ਜਿਹੜੀ ਤੁਸੀਂ ਕਹਿ ਲਓ MSP ਆ ਆਪਾਂ ਨੂੰ ਕਣਕ ਦੀ ਪਰ ਕੁਇੰਟਲ, ਤੇ ਉਹ 1900 ਉਹਨਾਂ ਨੇ ਵੇਚਣਾ 1500। ਹੁਣ ਤੁਹਾਨੂੰ ਕੰਪੀਟੀਸ਼ਨ ਪ੍ਰਾਈਸ ਦੇਣੀ ਪੈਣੀ ਆ, ਤੁਹਾਨੂੰ 1500 ਹੀ ਵੇਚਣੀ ਪੈਣੀ ਆ। ਇਸ ਚੱਕਰ 'ਚ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੇ ਹੋਰ ਡਿੱਗ ਪੈਣਾ, ਪੰਜਾਬ ਦੀ ਪਰ ਕੈਪੀਟਾ ਇਨਕਮ ਹੋਰ ਡਿੱਗ ਪੈਣੀ ਆ। ਸੋ ਇਸ ਨਾਲ ਕੀ ਹੋਊ, ਹੁਣ ਸਾਡੀਆਂ ਜ਼ਮੀਨਾਂ ਸਸਤੀਆਂ ਹੋਣਗੀਆਂ, ਹੋਰ 5-10 ਸਾਲਾਂ ਨੂੰ ਜ਼ਮੀਨਾਂ ਸਸਤੀਆਂ ਹੋਣਗੀਆਂ ਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਬੈਠੇ ਆ ਵੱਡੇ ਵੱਡੇ, ਉਹਨਾਂ ਨੇ ਆ ਕੇ ਇੱਥੇ ਜ਼ਮੀਨਾਂ ਵੀ ਖਰੀਦਣੀਆਂ, ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਤੋੜਨਾ। ਮੈਂ ਜੇ ਕਹਿੰਦਾ ਹੋਂਦ ਦੀ ਲੜਾਈ ਆ, ਜੇ ਸਾਡੇ ਕੋਲੋਂ ਸਾਡੇ ਕਿਸਾਨਾਂ ਕੋਲੋਂ ਆ ਸਾਡੇ ਹੱਥੋਂ ਨਿਕਲ ਗਈ ਨਾ, ਜਿਹਨੂੰ ਅਸੀਂ ਮਾਂ ਕਹਿੰਦੇ ਆ ਆਪਦੀ ਧਰਤੀ ਨੂੰ, ਬਾਈ ਜੀ ਹੋਂਦ ਤਾਂ ਭੁੱਲ ਜਾਓ, ਤੁਹਾਨੂੰ ਤੁਹਾਡੀ ਧਰਤੀ ਤੋਂ ਦੇਸ਼ ਨਿਕਾਲਾ ਮਿਲ ਜੂ। ਹੁਣ ਮੇਰੇ ਤੇ ਜਿਹੜੇ ਬੰਦੇ ਸਵਾਲ ਕਰਦੇ ਆ ਨਾ ਵੀ ਇਹ ਸਨੀ ਦਿਓਲ ਦੇ ਨਾਲ ਸੀ, ਬੀਜੇਪੀ ਦੇ ਅਗੇਂਸਟ ਬੋਲਦਾ, ਹੀ ਇਜ਼ ਅ ਬਲੈਕ ਸ਼ੀਪ, ਇਹ ਤਾਂ ਪਲਾਂਟ ਕੀਤਾ ਹੋਇਆ। ਲੈ ਮੈਂ ਇਹ ਕਹਿੰਦਾ ਮੇਰੇ ਆ 50-50 ਸਾਲ ਹੋ ਗਏ ਤੁਹਾਡੇ ਨਾਲ ਜਿਹੜੇ ਲੀਡਰ ਖੜੇ ਆ, ਹਰ ਬੰਦੇ ਨੇ ਗਦਾਰੀ ਕੀਤੀ ਆ, ਤੇ ਜੇ ਮੈਂ ਗਦਾਰੀ ਕਰ ਜਾ ਮੈਨੂੰ ਦੇਸ਼ ਨਿਕਾਲਾ ਦੇ ਦਿਓ, ਪੰਜਾਬ ਨਿਕਾਲਾ ਦੇ ਦਿਓ, ਮੁੜ ਕੇ ਨਹੀਂ ਮੈਂ ਮੂੰਹ ਦਿਖਾਉਂਦਾ। ਮੈਂ ਕੋਈ ਇਲੈਕਸ਼ਨ ਨਹੀਂ ਲੜਨੇ, ਮੈਂ ਤਾਂ ਉਹਦੇ ਲੋਕਾਂ ਲਈ ਲੜਨ ਆਇਆ। ਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਬੈਠ ਕੇ ਸਾਨੂੰ ਢੰਗ ਲੱਭਣਾ ਪਊਗਾ, ਕੋਈ ਨਾ ਕੋਈ ਪੋਲੀਟੀਕਲ ਮਜਬੂਰੀ ਖੜੀ ਕਰਨੀ ਪਊਗੀ। ਜਦੋਂ ਤੱਕ ਅਸੀਂ ਇਹਨਾਂ ਦੀ ਮਜਬੂਰੀ ਨਹੀਂ ਖੜੀ ਕਰਦੇ, ਇਹ ਸਾਡੇ ਤੇ ਜ਼ੁਲਮ ਕਰਦੇ ਰਹਿਣਗੇ, ਸਾਡਾ ਸ਼ੋਸ਼ਣ ਕਰਦੇ ਰਹਿਣਗੇ, ਤੇ ਅਸਲ ਚੀਜ਼ ਨੂੰ ਦੱਬ ਕੇ ਆ ਸੁਸ਼ਾਂਤ ਸਿੰਘ, ਕੰਗਣਾ ਤੇ ਚਾਈਨਾ ਇਹੋ ਜਿਹੇ ਮੁੱਦੇ ਚੱਕ ਕੇ ਸਾਡੇ ਯੂਥ ਨੂੰ, ਸਾਡੀ ਨੌਜਵਾਨੀ ਨੂੰ ਵੀ ਫੜੀ ਰੱਖਣਗੇ। ਤਾਂ ਗੱਲ ਸਾਡੇ ਗ੍ਰੰਥਾਂ ਤੇ ਆ, ਅੱਜ ਗੱਲ ਸਾਡੀ ਕਿਸਾਨੀ ਤੇ ਆ। ਹੁਣ ਇਸੇ ਚੱਕਰ 'ਚ ਆਪਾਂ ਇਹ ਕਹਿੰਦੇ ਆ ਵੀ ਕਿਉਂ ਨਹੀਂ ਵਿਰੋਧ ਹੋ ਰਿਹਾ ਇਹਦਾ ਆਲ ਇੰਡੀਆ ਲੈਵਲ ਤੇ, ਬਿਹਾਰ, ਯੂਪੀ, MP, ਰਾਜਸਥਾਨ, ਇੱਥੇ ਕਿਉਂ ਨਹੀਂ ਵਿਰੋਧ ਹੋ ਰਿਹਾ? ਬਾਈ ਜੀ ਉੱਥੇ ਵਿਰੋਧ ਹੋ ਹੀ ਨਹੀਂ ਸਕਦਾ। ਪੈਸੇ ਤਾਂ ਅੱਜ ਸਾਡੀ ਜਿਹੜੀ ਕਿਸਾਨੀ ਆ, ਸਾਨੂੰ ਸਾਡੇ ਕੋਲੇ ਰਿਸੋਰਸਸ ਵੀ ਆ ਸਿੰਜਾਈ ਦੇ, ਸਾਡੇ ਕੋਲੇ ਪਾਣੀ ਵੀ ਆ, ਸਾਡੇ ਕੋਲੇ ਮਸ਼ੀਨਾਂ ਵੀ ਆ, ਸਾਡੇ ਕੋਲੇ ਲੇਬਰ ਵੀ ਹੁੰਦੀ ਸੀ। ਤੇ ਸਾਡੀ ਕਿਸਾਨੀ ਦਾ ਇੱਕ ਲੈਵਲ ਆ, ਉਹ ਲੈਵਲ ਨਹੀਂ ਰਹਿਣਾ। ਅਸੀਂ ਇਹਨਾਂ ਦੇ ਗੁਲਾਮ ਬਣ ਜਾਾਂਗੇ, ਸਲੇਬ ਬਣ ਜਾਾਂਗੇ, ਇਹਨਾਂ ਦੇ ਥੱਲੇ ਲੱਗ ਕੇ ਜਿਵੇਂ ਕਰਨਗੇ ਉਵੇਂ ਕੰਮ ਕਰਾਈ ਜਾਣਗੇ। ਇੱਕ ਗੱਲ ਹੋਰ ਯਾਦ ਰੱਖਿਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਲੜ ਕਿਹਦੇ ਨਾਲ ਰਹੇ ਹੋ, ਸੰਘਰਸ਼ ਕਿਹਦੇ ਖਿਲਾਫ ਕਰ ਰਹੇ ਹੋ। ਜੇ ਅਸੀਂ ਉਹਨਾਂ ਨੂੰ ਕਹਾਂਗੇ MSP ਹੈ ਨਹੀਂ, ਕਹਿਣਗੇ ਚੱਕੋ MSP। APMCs ਹੈ ਨਹੀਂ, ਜਿੱਥੇ ਜਾ ਕੇ ਅਸੀਂ ਫਸਲਾਂ ਵੇਚਦੇ ਸੀ, ਕਿਉਂਕਿ ਆਰਡੀਨੈਂਸ 'ਚ ਸਭ ਤੋਂ ਵੱਡੀ ਖਰਾਬੀ ਆ ਉੱਥੇ ਮਾਰਕੀਟ ਦੀ ਜਾਂ ਮੰਡੀ ਦੀ ਡੈਫੀਨੇਸ਼ਨ ਹੀ ਨਹੀਂ ਆ। ਜੇ ਸਾਰੇ ਦੇਸ਼ ਨੂੰ ਮੰਡੀ ਕਹੀ ਜਾਂਦੇ ਆ, ਉਹ ਡੈਫੀਨੇਸ਼ਨ ਹੀ ਨਹੀਂ ਆ ਕੋਈ। ਤਾਂ ਜੇ ਸਾਡੇ ਕੋਲੇ ਮੰਡੀ ਨਹੀਂ ਆ ਤਾਂ ਸਾਡੇ ਕੋਲੇ MSP ਨਹੀਂ ਆ। MSP ਜੇ ਹੋਵੇ ਵੀ, ਪਹਿਲਾਂ ਤਾਂ ਹੋਰ 6 ਮਹੀਨੇ ਸਾਲ ਬਾਅਦ MSP ਵੀ ਇਹ ਲੈ ਲੈਣਗੇ ਤੁਹਾਡੇ ਤੋਂ। ਜੇ ਹੋਵੇ ਵੀ ਬਾਈ ਜੀ, ਇੱਕ ਪਾਸੇ ਤਾਂ ਕਾਰਪੋਰੇਟ ਬੈਠਾ, ਇੱਕ ਪਾਸੇ ਵੱਡਾ ਵਪਾਰੀ ਬੈਠਾ, ਉਹਨੇ ਸਾਨੂੰ ਕਹਿਣਾ ਲਿਆ ਬਈ ਫਲਾਨਾ ਸਿਆ ਸੈਟ ਆਫ ਦੀ ਫਸਲ ਇੱਥੇ ਮੈਂ ਦਿੰਦਾ ਤੈਨੂੰ ਨਗਦ ਪੈਸੇ, ਤੇ ਮੈਂ ਜਿਹੜਾ 8.5% ਆੜਤੀਏ ਨੂੰ ਤੂੰ ਦੇਣਾ ਵਿੱਚੋਂ, ਉਹ ਵੀ ਨਹੀਂ ਲੈਂਦਾ ਤੇਰੇ ਤੋਂ। ਤੇ ਆਪਣਾ ਤਾਂ ਕਿਸਾਨ ਪਹਿਲਾਂ ਜਿੱਦੇ ਫਸਲ ਆਪਾਂ ਕਣਕ ਨਿਕਲਦੀ ਆ, ਅਗਲੇ ਦਿਨ ਵੇਚਣ ਨੂੰ ਤਿਆਰ ਹੁੰਦੇ ਆ, ਸਾਡੇ ਤਾਂ ਖਰਚੇ ਖੜੇ ਹੁੰਦੇ ਆ, ਅਸੀਂ ਕਿੱਥੋਂ ਭੰਡਾਰ ਰੱਖ ਲਾਂਗੇ ਉਹਨਾਂ ਦੇ। ਇਹਨਾਂ ਨੇ ਨਾਲ ਐਸੈਂਸ਼ੀਅਲ ਕਮੋਡਿਟੀ ਐਕਟ ਵੀ ਸੋਧ ਕੀਤੀ ਵੀ ਜਿੰਨਾ ਮਰਜ਼ੀ ਸਟੋਰ ਕਰੋ, ਕਿਸਾਨ ਨਹੀਂ ਸਟੋਰ ਕਰ ਸਕਦਾ, ਵਪਾਰੀ ਹੀ ਕਰ ਸਕਦਾ ਸਟੋਰ। ਇਹ ਵੀ ਸਮਝਣ ਦੀ ਜ਼ਰੂਰਤ ਆ। ਹੁਣ ਅਗਲਾ ਫਲਾਨਾ ਸਿਆ ਕਹੂਗਾ ਯਾਰ ਮੈਨੂੰ ਮਿਲਦੇ ਆ ਅੱਜ ਪੈਸੇ, ਉਹ ਵੀ ਨਗਦ, ਅੱਛਾ ਫਿਰ ਮੈਨੂੰ ਆੜਤੀਏ ਦੇ ਵੀ ਨਹੀਂ ਦੇਣੇ ਪੈਂਦੇ, ਸਿੱਟੋ ਵਪਾਰੀ ਦੇ। ਹੁਣ ਵਪਾਰੀ ਨੇ ਕਹਿਣਾ ਵੀ ਇੱਕ ਗੱਲ ਆ, ਤੈਨੂੰ MSP ਤੋਂ 100 ਰੁਪਇਆ ਘੱਟ ਵੇਚਣੀ ਪਊਗਾ, ਆਪਾਂ ਕਹਾਂਗੇ ਆ ਚੱਕ ਯਾਰ ਸਾਨੂੰ ਤਾਂ ਜ਼ਰੂਰਤ ਆ। ਇਸ ਚੱਕਰ 'ਚ ਉਹ MSP ਦਾ ਤੇ ਉਸ APMC ਦਾ ਉਹਦਾ ਕੋਈ ਫਾਇਦਾ ਨਹੀਂ ਰਿਹਾ ਸਾਨੂੰ, ਉਸ ਮੰਡੀ ਦਾ ਕੋਈ ਫਾਇਦਾ ਨਹੀਂ ਰਿਹਾ। ਹੌਲੀ ਹੌਲੀ ਇਹ ਜਿਹੜੀ ਵਪਾਰੀ ਕਲਚਰ ਆ ਜਾਂ ਪੂੰਜੀਵਾਦ ਆ, ਇਹਨੇ ਸਾਡੇ ਤੇ ਹਾਵੀ ਹੋ ਜਾਣਾ, ਕਿਸਾਨੀ ਤੇ ਹਾਵੀ ਹੋ ਜਾਣਾ। ਤੇ ਪੂੰਜੀਵਾਦ ਨੇ ਤਾਂ ਮੁਨਾਫਾ ਦੇਖਣਾ, ਲੋਕ ਭਲਾਈ ਨਹੀਂ ਦੇਖਣੀ। ਸਰਕਾਰਾਂ ਲੋਕ ਭਲਾਈ ਤੇ ਕੰਮ ਕਰਦੀਆਂ ਹੀ ਨਹੀਂ, ਸਮਝ ਲਓ ਇਹ। ਤੇ ਜੇ ਅਸੀਂ ਇਕੱਠੇ ਹੋ ਕੇ ਲੋਕ ਲਹਿਰ ਪੈਦਾ ਕਰ ਗਏ ਫੇਰ ਹੀ ਗੱਲ ਚੱਲਦੀ ਆ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਮੈਂ ਕਰਨੀਆਂ ਸੀ। ਇੱਕ ਗੱਲ, ਇੱਕ ਨਾ ਆ ਟਰੈਕਟਰ ਲੰਘ ਜਾਣ ਦੀ ਏ ਆਵਾਜ਼ ਜੀ ਵਿੱਚ ਆਉਂਦੀ ਆ, ਫੇਰ ਕਰਦੇ ਆ ਗੱਲ। ਇੱਕ ਜਰਮਨ ਮਿਨਿਸਟਰ ਸੀ ਹਿਟਲਰ ਦੀ ਗਵਰਨਮੈਂਟ 'ਚ, ਜੋਸਫ ਗਲੋਬ, ਉਹਨੇ ਇੱਕ ਗੱਲ ਕਹੀ ਸੀ
ਅੰਗਰੇਜ਼ੀ 'ਚ ਮੈਂ ਉਹਦਾ ਤਰਜਮਾ ਵੀ ਕਰ ਦੂੰਗਾ। ਅ ਲਾਈ 100 ਵਾਰੀ ਬੋਲਿਆ ਜਾਂਦਾ ਤਾਂ ਉਹ ਸੱਚ ਹੋ ਜਾਂਦਾ। ਤੇ ਜਿਹੜੀ ਪ੍ਰੋਪੇਗੈਂਡਾ ਪੋਲਿਟਿਕਸ ਹੈ ਨਾ ਅੱਜ ਦੀ, ਉਹ ਇਹੀ ਆ ਵੀ 100 ਵਾਰੀ ਝੂਠ ਬੋਲਦੇ ਆ, ਸਾਨੂੰ ਲੱਗਣ ਲੱਗ ਜਾਂਦਾ, ਸਾਡਾ ਨੋਸ਼ਨ ਤੇ ਧਾਰਨਾਵਾਂ ਇਹ ਬਣ ਜਾਂਦੀਆਂ ਵੀ ਇਹ ਤਾਂ ਸੱਚ ਗੱਲ ਕਰੀ ਜਾਂਦੇ ਆ। ਸੋ ਸਾਨੂੰ ਇਕੱਠੇ ਹੋ ਕੇ ਇਹ ਸੰਘਰਸ਼ ਵਿੱਢਣ ਦੀ ਜ਼ਰੂਰਤ ਆ। ਸਾਨੂੰ ਸਾਡੀ ਹੋਂਦ ਲਈ ਲੜਨਾ ਪਊਗਾ। ਸਾਡੀ ਹੋਂਦ ਸਾਡੀਆਂ ਗ੍ਰੰਥਾਂ ਨਾਲ ਜੁੜੀ ਆ, ਸਾਡੇ ਫਲਸਫਿਆਂ ਨਾਲ ਜੁੜੀ ਆ, ਸਾਡੀ ਮਿੱਟੀ ਨਾਲ ਜੁੜੀ ਆ। ਇਹ ਧਿਆਨ 'ਚ ਰੱਖਿਓ ਆਪਦੇ ਬਾਈ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਹਮੇਸ਼ਾ। ਆਈ ਐਮ ਆਲਵੇਜ਼ देयर ਵਿਦ ਯੂ, ਆਲਵੇਜ਼। I've come here to fight for my people. I've come here to fight for my land, and I will never betray you guys. And that's a promise. ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ। ਇੱਕ ਵਾਰੀ ਫੇਰ ਸਤਿ ਸ੍ਰੀ ਅਕਾਲ। ਤੁਹਾਡੇ ਨਾਲ ਰੂਬਰੂ ਹੋਏ ਆ। ਅੱਜ ਗੱਲ ਕਰਨੀ ਆ ਪੰਜਾਬ ਬਾਰੇ, ਸਾਡੀ ਹੋਂਦ ਬਾਰੇ। ਮੈਂ ਜਦੋਂ ਹਮੇਸ਼ਾ ਕਹਿਣਾ ਹੁੰਨਾ ਵੀ ਕਸ਼ਮੀਰ ਤੋਂ ਬਾਅਦ ਪੰਜਾਬੀਆਂ ਦਾ ਨੰਬਰ 2 ਲੱਗ ਗਿਆ। ਕਿਵੇਂ ਲੱਗ ਗਿਆ? ਸਾਨੂੰ ਆ ਕਿਸਾਨੀ ਆਡੀਅנס ਦੇ ਥਰੂ ਸਾਡੀ ਮਿੱਟੀ ਨਾਲੋਂ ਖੋਰਿਆ ਜਾ ਰਿਹਾ, ਸਾਡੇ ਪਿੰਡਾਂ ਨਾਲੋਂ ਖੋਰਿਆ ਜਾ ਰਿਹਾ। ਸਾਡੇ ਜੇ ਅਸੀਂ ਗ੍ਰੰਥਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਜਿਹੜੇ ਸਿੱਖ ਫਲਸਫੇ ਨੂੰ ਜਾਂ ਪੰਜਾਬੀ ਫਲਸਫੇ ਨੂੰ ਖੋਰਿਆ ਜਾ ਰਿਹਾ, ਉਹਨੂੰ ਮੰਧੋਲਿਆ ਜਾ ਰਿਹਾ ਜਾਂ ਉਹਨੂੰ ਡਿਮਿਨਿਸ਼ ਕੀਤਾ ਜਾ ਰਿਹਾ। ਹੁਣ ਗੱਲ ਇਹ ਆ ਵੀ ਇਹ ਦੋਨੇ ਗੱਲਾਂ ਆਪਸ 'ਚ ਰਿਲੇਟਡ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ। ਮੈਂ ਕੁਛ ਅੱਜ ਆਪਦੀ ਸਟੱਡੀ ਕੀਤੀ ਸੀ, ਕੁਛ ਨੋਟਸ ਬਣਾਏ ਸੀ। ਜਦੋਂ ਮੈਂ ਕਹਿੰਦਾ ਪੰਜਾਬ ਦੀ ਜਾਂ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ, ਜਿਹਦੇ ਸਾਰੇ ਵਰਗ ਇਹਦੇ 'ਚ ਆ ਜਾਂਦੇ ਆ। ਕਿਵੇਂ ਸਾਡੇ ਹੋਂਦ ਦੀ ਲੜਾਈ ਆ? ਦੇਖੋ, ਪੰਜਾਬ ਨੂੰ ਕਿਸਾਨੀ ਤੋਂ ਬਿਨਾ ਜਾਂ ਪੰਜਾਬ ਨੂੰ ਸਿੱਖੀ ਤੋਂ ਬਿਨਾ ਕਲਪਿਆ ਵੀ ਨਹੀਂ ਜਾ ਸਕਦਾ। ਪੰਜਾਬ ਦੇ ਸਮਾਜਿਕ ਬਣਤਰ ਨੂੰ ਕਿਸਾਨੀ ਜਾਂ ਸਿੱਖੀ ਤੋਂ ਬਿਨਾ ਨਹੀਂ ਕਲਪਿਆ ਜਾ ਸਕਦਾ। ਸਾਨੂੰ ਸਾਰਿਆਂ ਨੂੰ ਪਤਾ, ਗੁਰੂ ਨਾਨਕ ਸਾਹਿਬ ਦੇ ਫਲਸਫੇ ਦਾ ਵੀ ਪੰਜਾਬ ਦੀ ਸੱਭਿਅਤਾ ਰਚਣ 'ਚ, ਪੰਜਾਬ ਦੇ ਸਮਾਜਿਕ ਬਣਤਰ ਨੂੰ ਰਚਣ 'ਚ ਬਹੁਤ ਵੱਡਾ ਯੋਗਦਾਨ ਆ। ਉਵੇਂ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਅਸੀਂ ਮਿੱਟੀ ਨਾਲ ਜੁੜੇ ਹੋਏ ਲੋਕ ਆ, ਆਪਦੇ ਪਿੰਡਾਂ ਨਾਲ ਜੁੜੇ ਹੋਏ ਲੋਕ ਆ। ਤੇ ਜਦੋਂ ਸਾਨੂੰ ਸਾਡੀ ਮਿੱਟੀ ਤੋਂ ਤੇ ਸਾਡੇ ਪਿੰਡਾਂ ਤੋਂ ਖੋਰਿਆ ਜਾਂਦਾ, ਸਾਡਾ ਬੜਾ ਕੁਝ ਖੁਰ ਜਾਂਦਾ। ਇਹ ਸਾਨੂੰ ਸਾਰਿਆਂ ਨੂੰ ਪਤਾ। ਪਰ ਹੁਣ ਅਸਲ ਜਿਹੜੀ ਗੱਲ ਕਰਦੇ ਆ ਨਾ ਵੀ ਸਰਕਾਰਾਂ ਦੀਆਂ ਮਾਰੂ ਨੀਤੀਆਂ ਜਾਂ ਸਰਕਾਰਾਂ ਕੰਮ ਕਿਵੇਂ ਕਰਦੀਆਂ, ਅੱਜ ਆਪਾਂ ਇਹਦੀ ਗੱਲ ਕਰਦੇ ਆ। ਸਰਕਾਰਾਂ ਕੰਮ ਆਏ ਕਰਦੀਆਂ, ਪ੍ਰੋਪੇਗੈਂਡਾ ਪੋਲਿਟਿਕਸ ਕਰਦੀ ਆ। ਸਪੈਸ਼ਲੀ ਅੱਜ ਦੀ ਜਿਹੜੀ ਸਰਕਾਰ ਆ ਬੀਜੇਪੀ, ਤੇ ਇਹ ਸਾਰੀਆਂ ਸਰਕਾਰਾਂ ਜਿਹੜੀਆਂ ਬੈਠੀਆਂ ਇਸ ਵੇਲੇ ਸਾਡੇ ਹੁਕਮਰਾਨ, ਉਹ ਪ੍ਰੋਪੇਗੈਂਡਾ ਪੋਲਿਟਿਕਸ ਕਰਦੇ ਆ। ਤੁਸੀਂ ਇਹ ਦੇਖੋ, ਆ ਨੈਸ਼ਨਲ ਮੀਡੀਆ ਦੇ ਥਰੂ ਜਾਂ ਅਰਨਵ ਗੋਸਵਾਮੀ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ। ਉਹਨੂੰ ਕੋਈ ਫਰਕ ਨਹੀਂ ਪੈਂਦਾ ਪਤੰਦਰ ਨੂੰ, ਲੋਕਾਂ ਨੂੰ ਕੁਛ ਭੁੱਖੇ ਮਰੀ ਜਾਣ, ਉਹਨਾਂ ਨੂੰ ਕੁਛ ਖਾਣ ਨੂੰ ਰੋਟੀ ਮਿਲੇ ਕਿ ਨਾ ਮਿਲੇ, ਨੌਕਰੀਆਂ ਮਿਲਣ ਕਿ ਨਾ ਮਿਲਣ, ਜਾਂ GDP -23% ਜਾ ਰਹੀ ਆ, ਕੋਈ ਇਹਦੀ ਗੱਲ ਨਹੀਂ ਕਰਦਾ। ਉਹ ਸਿਰਫ ਗੱਲ ਕਰੂਗਾ ਸੁਸ਼ਾਂਤ ਸਿੰਘ ਰਾਜਪੂਤ, ਰੀਆ ਚੱਕਰਵਰਤੀ, ਵੀ ਅਸੀਂ ਉਹਨਾਂ ਤੋਂ ਕੀ ਲੈਣਾ ਯਾਰ। ਠੀਕ ਆ, ਕੋਈ ਬੰਦਾ ਮਰ ਗਿਆ, ਤੁਸੀਂ ਇੱਕ ਵੱਖਰੇ ਤੌਰ ਤੇ ਉਹਦੀ ਕੋਈ ਜਾਂਚ ਮੁਹਿੰਮ ਆਪਦਾ ਕਰੋ ਜੋ ਕਰਨਾ, ਪਰ ਉਹਨੂੰ ਨੈਸ਼ਨਲ ਮੀਡੀਆ ਤੇ ਇਸ ਤਰ੍ਹਾਂ ਚੱਕ ਦੇਣਾ ਤੇ ਇੰਨਾ ਪ੍ਰੋਪੇਗੈਂਡਾ ਕਰ ਦੇਣਾ ਵੀ ਲੋਕਾਂ ਦਾ ਧਿਆਨ ਹੀ ਹੋਰ ਪਾਸੇ ਕਰ ਦੇਣਾ। ਮੁੜ ਕੇ ਕੰਗਣਾ ਆ ਜਾਂਦੀ ਆ, ਉਹ ਕਹਿੰਦੀ ਆ ਦੇਖੋ ਭਾਰਤ ਮਾਤਾ ਕੀ ਜੈ, ਮੇਰਾ ਛੱਜਾ ਤੋੜਿਆ ਜਾ ਰਿਹਾ। ਇੱਥੇ ਕਿਸਾਨਾਂ ਦੀਆਂ ਹੱਡੀਆਂ ਤੋੜੀਆਂ ਜਾ ਰਹੀਆਂ, ਉਹਨੂੰ ਤਾਂ ਕੋਈ ਦਿਖਾਉਂਦਾ ਨਹੀਂ। ਇਹਨਾਂ ਨੇ ਨਹੀਂ ਦਿਖਾਉਣਾ। ਇਹਨਾਂ ਨੂੰ ਪਤਾ ਵੀ ਤੁਹਾਨੂੰ ਅਸਲ ਮੁੱਦੇ ਤੋਂ ਭਟਕਾਉਣਾ ਕਿਵੇਂ ਆ ਤੇ ਅਸਲ ਮੁੱਦੇ ਤੋਂ ਦੂਰ ਕਿਵੇਂ ਲੈ ਜਾਣਾ। ਹੁਣ ਇਹ ਗੱਲ ਜਿਹੜੀ ਸਾਜ਼ਿਸ਼ ਆ, ਜਾਂ ਇੱਕ ਅੰਗਰੇਜ਼ੀ 'ਚ ਕਹਿੰਦੇ ਹੁੰਦੇ ਆ ਕੰਟਰੋਵਰਸੀ ਥਿਊਰੀਜ਼ ਜਾਂ ਕਨਸਪੀਰੇਸੀ ਥਿਊਰੀਜ਼। ਐਕਚੁਅਲੀ ਉਹ ਕਨਸਪੀਰੇਸੀ ਥਿਊਰੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਆਪਾਂ ਅੱਜ। ਜਿਹੜਾ ਆਰਡੀਨੈਂਸ ਆਇਆ ਕਿਸਾਨਾਂ ਨੂੰ, ਮੈਂ ਦੱਸਦਾ, ਤੁਸੀਂ ਬਾਦਲ ਬੈਠੇ ਰਹੋ, ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਆ। ਤੁਸੀਂ ਪਟਿਆਲੇ ਬੈਠੇ ਰਹੋ, ਇਹਨਾਂ ਦੇ ਹੱਥ ਪੱਲੇ ਕੁਛ ਨਹੀਂ। ਇਹ ਤਾਂ ਵੈਦ ਆ। ਸਾਨੂੰ ਬਿਮਾਰੀ ਦਿੱਲੀੋਂ ਪੈਂਦੀ ਆ, ਅਸੀਂ ਵੈਦਾਂ ਤੋਂ ਕਿਵੇਂ ਲੈ ਲਾਂਗੇ ਦਵਾਈਆਂ? ਵੈਦਾਂ ਨੇ ਕੁਛ ਨਹੀਂ ਦੇਣਾ ਸਾਨੂੰ। ਸਾਨੂੰ ਕੋਈ ਸੰਘਰਸ਼ ਇਹੋ ਜਿਹਾ ਵਿੱਢਣਾ ਪੈਣਾ, ਇਹੋ ਜਿਹੀ ਕ੍ਰਾਂਤੀ ਲਿਆਉਣੀ ਪੈਣੀ ਆ ਜਿੱਥੇ ਅਸੀਂ ਸਰਕਾਰਾਂ ਲਈ ਕੋਈ ਨਾ ਕੋਈ ਮਜਬੂਰੀ ਖੜੀ ਕਰ ਦਈਏ। ਜਦੋਂ ਤੱਕ ਸਰਕਾਰ ਦਿੱਲੀ ਬੈਠੀ ਹੈ ਜਿਹੜੀ, ਉਹਦੇ ਲਈ ਕੋਈ ਮਜਬੂਰੀ ਨਹੀਂ ਖੜੀ ਕਰਾਂਗੇ, ਸਾਨੂੰ ਇਸ ਸੰਘਰਸ਼ 'ਚੋਂ ਕੁਛ ਨਹੀਂ ਮਿਲਣਾ। ਮੋਦੀ ਸਾਹਿਬ ਵੀ ਇਹ ਟਵੀਟ ਕਰ ਦਿੰਦੇ ਆ ਪੰਜਾਬੀ 'ਚ, ਮੋਦੀ ਟਵੀਟ ਕਰਦਾ ਤੇ ਅਸੀਂ ਖੁਸ਼ ਹੋ ਜਾਂਦੇ ਆ। ਬਾਈ ਜੀ ਇਹਨਾਂ 'ਚੋਂ ਕੱਢਣ ਪਾਉਣ ਨੂੰ ਕੁਛ ਨਹੀਂ ਮਿਲਣਾ। ਜਾਂ ਇਹ ਕਹਿ ਦਈਏ ਯਾਰ ਅੱਜ ਤਾਂ ਬੜਾ ਧਰਨੇ ਤੇ ਯਾਰ ਰਸ਼ ਸੀ, ਅੱਜ ਤਾਂ ਬਾਈ ਉੱਥੇ ਪੈਰ ਧਰਨ ਨੂੰ ਜਗ੍ਹਾ ਨਹੀਂ ਸੀ। ਇਹਨਾਂ ਗੱਲਾਂ 'ਚੋਂ ਵੀ ਕੁਛ ਨਹੀਂ ਮਿਲਣਾ। ਅਸੀਂ ਆਪਦੀ ਮੁੜ ਕੇ 10 ਦਿਨਾਂ ਬਾਅਦ ਘਰੋਂ ਘਰੀ ਹੋ ਜਾਾਂਗੇ। ਮੈਂ ਵੀ ਆ ਜਾਣਾ ਜੀ, ਮੈਂ ਲਓ ਜਿੱਥੇ ਮਰਜ਼ੀ ਬੁਲਾ ਲਓ, ਜਿੱਥੇ ਮਰਜ਼ੀ ਭਗਤਾ ਲਓ, ਤੁਹਾਡੇ ਨਾਲ ਖੜਾ। ਪਰ ਉਹਦਾ ਹੱਲ ਕੋਈ ਨਹੀਂ। ਸਾਨੂੰ ਹੱਲ ਵੱਲ
ਵਧਣਾ ਪੈਣਾ ਤੇ ਸਾਨੂੰ ਦੇਖਣਾ ਵੀ ਪੈਣਾ ਵੀ ਅਸੀਂ ਜਿਹੜੇ ਸਰਕਾਰ ਨਾਲ, ਜਿਹੜੀ ਏਜੰਸੀਆਂ ਨਾਲ, ਤਾਂ ਜਿਹੜਾ ਕਾਰਪੋਰੇਟ ਸੈਕਟਰ ਆ ਜਿਹਨੂੰ ਮੈਂ ਕਹਿੰਦਾ ਹੁੰਦਾ ਪੂੰਜੀਵਾਦ, ਉਹਦੇ ਨਾਲ ਲੜ ਰਹੇ ਆ। ਅਸਲ ਜਾੜੇ ਵੀ ਉੱਥੇ ਪਈ ਆ, ਕਿਉਂਕਿ ਕੋਈ ਵੀ ਨੀਤੀ ਬਣਦੀ ਆ, ਕੋਈ ਵੀ ਆਬਜੈਕਟਿਵ ਹੁੰਦਾ, always remember this, ਕੋਈ ਵੀ ਆਬਜੈਕਟਿਵ ਆ ਸਰਕਾਰ ਦਾ, it is always to accommodate corporate sector। ਸੋ ਉਹ ਪੂੰਜੀਵਾਦ ਨੂੰ ਅਕੋਮੋਡੇਟ ਕਰਨ ਵਾਸਤੇ ਇਹਨਾਂ ਨੇ ਨੀਤੀਆਂ ਬਣਾਈਆਂ ਹੁੰਦੀਆਂ, ਕਿਉਂਕਿ ਸਰਕਾਰਾਂ ਨੂੰ ਰਨ ਹੀ ਇਹ ਕਾਰਪੋਰੇਟ ਸੈਕਟਰ ਕਰਦੇ ਆ। ਲੋ ਮੈਂ ਤੁਹਾਨੂੰ ਇਹ ਕਨਸਪੀਰੇਸੀ ਥਿਊਰੀ ਬਾਰੇ ਦੱਸ ਰਿਹਾ ਸੀ, ਇਹਨੂੰ ਪੰਜਾਬੀ 'ਚ ਕਹਿੰਦੇ ਆ ਸਾਜ਼ਿਸ਼ ਕਿਵੇਂ ਰਚੀ ਗਈ। ਸਾਜ਼ਿਸ਼ ਉਸ ਵੇਲੇ ਤੋਂ ਰਚੀ ਗਈ ਜਦੋਂ ਇਹਨਾਂ ਨੇ ਪਹਿਲਾ ਇੱਕ ਆਰਡੀਨੈਂਸ ਲੈ ਕੇ ਆਂਦਾ, ਜਿਹਦੇ 'ਚ ਜਿਹੜਾ ਮਰਜ਼ੀ ਕਾਰਪੋਰੇਟ ਘਰਾਣਾ ਜਦੋਂ ਬੀਜੇਪੀ ਨੂੰ ਜਾਂ ਕਿਸੇ ਸਰਕਾਰ ਨੂੰ ਫੰਡ ਦੇਊਗਾ ਤੇ ਉਹਦੀ ਕੋਈ ਸਵਾਲ ਨਹੀਂ ਕੀਤਾ ਜਾਊਗਾ। ਹੁਣ ਉਹਦਾ ਨਾਂ ਅਨੋਨਿਮਸ ਰੱਖਿਆ ਜਾਊਗਾ ਤੇ ATC ਦੇ ਅੰਡਰ, ਸੈਕਸ਼ਨ ATC ਆਫ ਇਨਕਮ ਟੈਕਸ ਦੇ ਅੰਦਰ ਉਹਨੂੰ ਰਿਬੇਟ ਵੀ ਮਿਲੂਗੀ ਸਾਰੀ ਦੀ ਸਾਰੀ, ਜਿਹੜੀ ਉਹਨੇ ਇਹਨਾਂ ਨੂੰ ਕੋਈ ਇਲੈਕਟਰਲ ਬੌਂਡਸ ਦੇ ਥਰੂ ਫੰਡ ਦਿੱਤੇ ਆ। ਹੁਣ ਫੰਡ ਜਾਂਦੇ ਆ, ਅੱਜ ਬੀਜੇਪੀ ਦਾ ਜਿਹੜਾ ਤੁਸੀਂ ਇਹ ਕਹਿ ਲਓ ਸੋਸ਼ਲ ਮੀਡੀਆ ਜਾਂ ਪ੍ਰੋਪੇਗੈਂਡਾ ਪੋਲਿਟਿਕਸ ਦਾ ਜਿਹੜਾ ਉਹਨਾਂ ਦਾ ਬਜਟ ਆ ਉਹ 500 ਜਾਂ 1000 ਕਰੋੜ ਆ। ਹੁਣ ਉਹਨਾਂ ਦੀ ਕੋਈ ਫੈਕਟਰੀਆਂ ਥੋੜੀ ਆ, ਉਹਨਾਂ ਕੋਲੇ ਕਿੱਥੋਂ ਆਉਂਦੇ ਆ? ਇਸ ਕਾਰਪੋਰੇਟ ਸੈਕਟਰ ਤੋਂ ਹੀ ਆਉਂਦੇ ਆ ਤੇ ਮੁੜ ਕੇ ਇਹ ਕੀ ਕਰਦੇ ਆ, ਉਹਨਾਂ ਨੂੰ ਅਕੋਮੋਡੇਟ ਕਰਦੇ ਆ। ਹੁਣ ਇਹਨਾਂ ਨੇ ਸਾਜ਼ਿਸ਼ ਕਿਵੇਂ ਰਚੀ? ਪਹਿਲਾਂ ਉਹ ਆਰਡੀਨੈਂਸ ਆਇਆ ਜਿੱਥੇ ਜਿਹੜੇ ਫੰਡਸ ਮਿਲਣਗੇ ਉਹ ਦੱਸਿਆ ਨਹੀਂ ਜਾਊਗਾ ਕਿੱਥੋਂ ਆਏ ਆ, ਕੌਣ ਦੇ ਰਿਹਾ, ਤੇ ਉਹ ਜਿਹੜਾ ਬੰਦਾ ਦੇ ਰਿਹਾ ਉਹਨੂੰ ਇਨਕਮ ਟੈਕਸ 'ਚ ਰਿਬੇਟ ਵੀ ਦੇਣਗੇ ਤੇ ਉਸ ਇਨਕਮ ਨੂੰ ਐਗਜ਼ਾਮਟ ਵੀ ਕਰਨਗੇ, ਮਤਲਬ ਉਹਨੂੰ ਸਾਰੇ ਫਾਇਦੇ ਦੇਣਗੇ ਔਰ ਦੱਸਣ ਦੀ ਵੀ ਕੋਈ ਲੋੜ ਨਹੀਂ। ਇਸ ਗੱਲ ਤੇ ਉਸ ਵੇਲੇ ਬਹੁਤ ਵਿਰੋਧ ਹੋਇਆ, ਪਰ ਉਹਨੂੰ ਦੱਬਿਆ ਗਿਆ, ਕੋਈ ਹੋਰ ਬਿਰਤਾਂਤ ਰਚ ਦਿੱਤਾ ਜਾਂਦਾ। ਕਦੇ ਇਹ ਬਿਰਤਾਂਤ ਰਚਦੇ ਆ ਡੀਮੋਨੇਟਾਈਜੇਸ਼ਨ ਕਰ ਦੋ, ਉਹ ਵੀ ਇਹਨਾਂ ਕਾਰਪੋਰੇਟਾਂ ਵਾਸਤੇ ਕੀਤੀ ਗਈ, ਕਿਉਂਕਿ ਬੈਂਕਸ ਕੋਲੇ ਫੰਡ ਹੈ ਨਹੀਂ ਸੀ, ਕਾਰਪੋਰੇਟਸ ਨੂੰ ਫੰਡ ਦੇਣੇ ਸੀ, ਲੋਨ ਦੇਣੇ ਸੀ, ਬੈਂਕਸ ਕੋਲੇ ਫੰਡ ਵਾਪਸ ਕਿਵੇਂ ਆਉਣਗੇ? ਚੱਕੋ ਡੀਮੋਨੇਟਾਈਜੇਸ਼ਨ। ਅੱਛਾ, ਅਗਲੀ ਗੱਲ, ਡਿਫੈਂਸ ਬਜਟ ਕਿਉਂ ਵਧਾਇਆ ਜਾਂਦਾ? ਇਹਦਾ ਵੀ ਕਾਰਪੋਰੇਟਸ ਨੂੰ ਅਕੋਮੋਡੇਟ ਕਰਨ ਵਾਸਤੇ ਗਵਰਨਮੈਂਟ ਡਿਫੈਂਸ ਬਜਟ ਵਧਾਉਂਦੀ ਆ। ਹੁਣ ਅੱਜ ਮੈਂ ਇੱਥੇ ਕਿਉਂ ਬੈਠਾ, ਜਾਂ ਅਸੀਂ ਕਿਸਾਨੀ ਦੀ ਗੱਲ ਕਰ ਰਹੇ ਹਾਂ ਤਾਂ ਤਵੀਆਂ ਤੇ ਬੈਠੇ ਆ, ਖੇਤ 'ਚ ਬੈਠੇ ਆ। ਮੈਂ ਇਹ ਕਹਿੰਦਾ ਵੀ ਆਹ ਸਾਡੀ ਮਿੱਟੀ ਨਾਲ ਬਾਈ ਜੀ ਸਾਡੀ ਹੋਂਦ ਜੁੜੀ ਆ, ਤੇ ਜਿੱਦਾਂ ਇਹ ਸਾਡੇ ਨਾਲੋਂ ਤੋੜਤੀ ਨਾ ਪੰਜਾਬ ਤੇ ਅਸੀਂ ਖਤਮ ਹੋ ਜਾਾਂਗੇ, ਸਾਡੀ ਹੋਂਦ ਨੂੰ ਨਹੀਂ ਕਲਪ ਸਕਦੇ ਮੁੜ ਕੇ। ਅਗਲੀ ਗੱਲ ਕਨਸਪੀਰੇਸੀ ਥਿਊਰੀ ਦੀ, ਹੁਣ 22 ਮਾਰਚ ਨੂੰ ਇਹਨਾਂ ਨੇ ਲੋਕਡਾਊਨ ਅਨਾਉਂਸ ਕੀਤਾ। ਇਹਨਾਂ ਨੂੰ ਪਤਾ ਸੀ ਵੀ ਰਾਤੋਂ ਰਾਤ 8 ਕਰੋੜ ਲੇਬਰ ਜਾਂ ਮਾਈਗ੍ਰੈਂਟਸ ਉਹ ਹੋਮਲੈਸ ਹੋ ਜਾਣਗੇ, ਉਹ ਘਰੋਂ ਬਾਹਰ ਹੋ ਜਾਣਗੇ, ਜਿੱਥੇ ਆਪਦੇ ਕੰਮ ਕਰਦੇ ਆ ਉਹ ਜੌਬਸ ਤੋਂ ਨਿਕਲ ਜਾਣਗੇ ਤੇ ਆਪਦੇ ਦੇਸ਼ਾਂ ਵੱਲ, ਆਪਦੇ ਸਟੇਟਸ ਵੱਲ, ਬਿਹਾਰ ਯੂਪੀ ਦੀ ਲੇਬਰ ਜਿਵੇਂ ਗਈ ਆ ਉਧਰ ਨੂੰ ਚਾਲਾ ਪਾਉਣਗੇ। ਤੁਹਾਨੂੰ ਕੀ ਲੱਗਦਾ ਇਹ ਰੇਲਾਂ ਨਹੀਂ ਚਲਾ ਸਕਦੇ ਸੀ ਕਿ ਹਵਾਈ ਜਹਾਜ਼ ਨਹੀਂ ਚਲਾ ਸਕਦੇ ਸੀ? ਉਹਨਾਂ ਨੂੰ ਭੇਜਣ ਵਾਸਤੇ ਚਲਾ ਸਕਦੇ ਸੀ, ਪਰ ਨਹੀਂ ਚਲਾਏ ਗਏ। ਕਿਉਂ ਨਹੀਂ ਚਲਾਏ ਗਏ? ਕਿਉਂਕਿ ਇਹ ਚਾਹੁੰਦੇ ਸੀ ਵੀ ਉਹ ਪੂਰੀ ਲੇਬਰ ਜਿਹੜੀ ਜਾਵੇ ਉਹ ਪੂਰੀ ਹਾਰਡਸ਼ਿਪ, ਮਤਲਬ ਸਖਤ ਜਿਹੜੀਆਂ ਉਹਨਾਂ ਤੇ ਕੋਈ ਗੱਲਾਂ ਵੀ ਉਹਨਾਂ ਦੇ ਡੰਡੇ ਵੀ ਮਾਰੋ ਤੇ ਉਹਨਾਂ ਨੂੰ ਐ ਭੇਜੋ ਵੀ ਤੇ ਜ਼ੁਲਮ ਵੀ ਕਰੋ ਉਹਨਾਂ ਤੇ, ਉਹ ਸਾਰੇ ਜਿਹੜੇ ਸਰਕਮਸਟੈਂਸਸ ਫੇਸ ਕਰਕੇ ਆਪਦੇ ਘਰੋਂ ਘਰੀ ਜਾਵੇ। ਤੇ ਇਸ ਕਰਕੇ ਵੀ ਮੁੜ ਕੇ ਆਉਣ ਦਾ ਨਾਂ ਨਾ ਲਵੇ। ਹੁਣ ਕਿਉਂ ਉੱਥੇ ਗਈ ਆ? ਕਿਉਂਕਿ ਜਦੋਂ ਕਾਰਪੋਰੇਟਸ ਨੂੰ ਖੇਤੀਬਾੜੀ ਆਰਡੀਨੈਂਸ ਲਿਆ ਕੇ ਅਕੋਮੋਡੇਟ ਕਰਨਾ, ਪਹਿਲਾਂ ਉਹਨਾਂ ਲਈ ਮੰਡੀ ਵੀ ਕ੍ਰੀਏਟ ਕਰਨੀ ਹੈ। ਤਾਂ ਯੂਪੀ, ਬਿਹਾਰ ਜਾਂ ਹੋਰ ਜਿਹੜੀਆਂ ਸਟੇਟਾਂ ਤੋਂ ਜਿੱਥੋਂ ਲੇਬਰ ਆਈ ਸੀ, ਜਿੱਥੇ ਖੇਤੀ ਉਸ ਤਰ੍ਹਾਂ ਨਹੀਂ ਹੁੰਦੀ ਜਿਵੇਂ ਪੰਜਾਬ 'ਚ ਹੁੰਦੀ ਆ ਸਾਡੇ, ਜਾਂ ਹਰਿਆਣੇ 'ਚ ਹੁੰਦੀ ਆ, ਤਾਂ ਉਹਨਾਂ ਲੇਬਰ ਨੂੰ ਉੱਥੇ ਭੇਜਿਆ ਗਿਆ ਵਾਪਸ ਆਪਦੇ ਘਰ, ਜਿੱਥੇ ਇਹਨਾਂ ਨੂੰ ਪਤਾ ਵੀ ਉਹਨਾਂ ਕੋਲੇ ਹੋਰ ਕੋਈ ਢੰਗ ਰਹਿਣਾ ਨਹੀਂ ਕਮਾਈ ਦਾ, ਸਿਰਫ ਉਹ ਰਹਿਣਗੇ ਖੇਤੀਬਾੜੀ ਤੇ ਨਿਰਭਰ। ਹੁਣ ਉੱਥੇ ਅਗਲੀ ਗੱਲ ਸੁਣ ਲਿਓ, ਉੱਥੇ ਜਾਣਗੇ ਇਹ ਕਾਰਪੋਰੇਟ ਹਾਊਸਸ, ਡੀਮਾਰਟ ਹੋ ਗਿਆ, ਆ ਬ੍ਰਿਟਾਨੀਆ ਹੋ ਗਿਆ, ਰਿਲਾਇੰਸ ਫਰੈਸ਼ ਹੋ ਗਿਆ, ਅਦਾਨੀ ਦੇ ਜਿਹੜੇ ਮਰਜ਼ੀ ਇਹਦੇ 'ਚ ਹੋ ਗਏ, ਇਹ ਜਾਣਗੇ ਉੱਥੇ, ਗੋਦਰੇਜ ਹੋ ਗਿਆ, ਹਨਾ। ਇਹਨਾਂ ਨੇ ਉਸ ਲੇਬਰ ਨੂੰ ਜਾ ਕੇ ਐਕਸਪਲੋਇਟ ਕਰਨਾ, ਇਹਨਾਂ ਨੇ ਉਹਨਾਂ ਤੇ ਧੱਕੇ ਕਰਨੇ ਆ ਵੀ ਤੁਸੀਂ ਐਂ ਕਰੋ, ਤੁਸੀਂ ਇੱਥੇ ਹੀ ਖੇਤੀ ਕਰੋ, ਅਸੀਂ ਤੁਹਾਨੂੰ ਦਿੰਨੇ ਆ ਪੈਸੇ। ਪੈਸੇ ਕਿਹੜੇ ਦੇਣੇ ਆ? ਐਕਸਪਲੋਇਟ ਕਰਨਾ, ਉਹਨਾਂ ਤੋਂ ਸਲੇਵਰੀ ਕਰਾਉਣੀ ਆ, ਉਹਨਾਂ ਤੋਂ ਸਲੇਵਰੀ ਕਰਾ ਕੇ ਉੱਥੇ ਜੋ ਚਾਹਣਗੇ ਪੈਦਾ ਕਰਾਉਣਗੇ। ਹੁਣ ਮੰਨ ਲਓ ਇੱਕ ਤਾਂ ਜਿਹੜੀ ਕਣਕ ਆ ਉਹ ਬਿਹਾਰ 'ਚ ਪੈਦਾ ਹੋ ਰਹੀ ਹੈ ਤੇ ਅਸੀਂ ਪੈਦਾ ਕਰ ਰਹੇ ਹਾਂ ਪੰਜਾਬ 'ਚ। ਪਹਿਲੀ ਗੱਲ ਤਾਂ ਸਾਡੇ ਕੋਲੇ ਲੇਬਰ ਨਹੀਂ ਹੋਣੀ, ਇੱਥੇ ਲੇਬਰ ਨਹੀਂ ਹੋਣੀ ਤਾਂ ਪ੍ਰੋਡਕਟ ਕਾਸਟ ਵਧੂਗੀ। ਫਸਲ ਪੈਦਾ ਕਰਨ ਦੀ ਪਹਿਲਾਂ ਹੀ ਬਥੇਰੀ ਆ ਸਾਡੀ ਕਾਸਟ, ਇਨਪੁੱਟ ਕਾਸਟ ਆ ਜਿਹੜੀ ਖੇਤੀ ਦੀ, ਉਹ ਵਧੂਗੀ।
ਉਹਨਾਂ ਦੀ ਇਨਪੁਟ ਕਾਸਟ ਉੱਥੇ ਘੱਟ ਹੋਊਗੀ, ਕਿਉਂਕਿ ਉਹਨਾਂ ਨੇ ਉਹ ਲੇਬਰ ਨੂੰ ਐਕਸਪਲੋਇਟ ਕਰਕੇ ਘੱਟ ਪੈਸਿਆਂ ਤੇ ਘਰੇ ਬਹਿ ਕੇ ਪੈਸੇ ਦੇਣੇ ਆ। ਅਗਲਿਆਂ ਕੋਲੇ ਤਾਂ ਉਹ ਕੰਮ ਹੈ ਨਹੀਂ ਸੀ, ਹੁਣ ਕੰਮ ਮਿਲਦਾ ਤਾਂ ਉੱਥੇ ਰਹਿ ਕੇ ਕੰਮ ਕਰਨਗੇ ਉਹ। ਅੱਛਾ, ਇਸ ਨਾਲ ਕੀ ਹੋਊ? ਪੰਜਾਬ ਦਾ ਜਿਹੜਾ ਕਿਸਾਨੀ ਆ ਜਾਂ ਪੰਜਾਬ ਦਾ ਜਿਹੜਾ ਐਗਰੀਕਲਚਰ ਆਪਣਾ ਇੱਕ ਸਿਸਟਮ ਆ, ਐਗਰੇਰੀਅਨ ਸੁਸਾਇਟੀ ਆ, ਉੱਥੇ ਸਾਡੀ ਕਾਸਟ ਵਧੀ ਤਾਂ ਫਸਲਾਂ ਦੇ ਮੁੱਲ ਵਧਣਗੇ, ਉਹਨਾਂ ਦੀਆਂ ਫਸਲਾਂ ਦੇ ਮੁੱਲ ਹੋਣਗੇ ਘੱਟ ਬਾਈ ਜੀ। ਇਸ ਕਰਕੇ ਉਸ ਕੰਪੀਟੀਸ਼ਨ 'ਚ ਆ ਕੇ ਸਾਨੂੰ ਆਪਦੇ ਮੁੱਲ ਵੀ ਥੱਲੇ ਸਿੱਟਣੇ ਪੈਣੇ ਆ। ਜਦੋਂ ਅਸੀਂ ਘੱਟ ਮੁੱਲਾਂ ਤੇ ਫਸਲਾਂ ਵੇਚੀਆਂ ਤੇ ਸਾਡੇ ਹੱਥਾਂ 'ਚ ਤਾਂ ਕੁਝ ਰਹਿ ਹੀ ਨਹੀਂ ਜਾਣਾ ਨਾ। ਅਸੀਂ ਜੇ ਸੋਚਦੇ ਹਾਂ ਵੀ ਹੁਣ ਕਿਸਾਨੀ ਤੋਂ ਮੁਨਾਫਾ ਹੋ ਜੂ, ਸਾਨੂੰ ਕੋਈ ਮੁਨਾਫਾ ਨਹੀਂ ਹੋਣਾ। ਜੇ ਅੱਜ 1900 ਰੁਪਏ ਜਿਹੜੀ ਤੁਸੀਂ ਕਹਿ ਲਓ MSP ਆ ਆਪਾਂ ਨੂੰ ਕਣਕ ਦੀ ਪਰ ਕੁਇੰਟਲ, ਤੇ ਉਹ 1900 ਉਹਨਾਂ ਨੇ ਵੇਚਣਾ 1500। ਹੁਣ ਤੁਹਾਨੂੰ ਕੰਪੀਟੀਸ਼ਨ ਪ੍ਰਾਈਸ ਦੇਣੀ ਪੈਣੀ ਆ, ਤੁਹਾਨੂੰ 1500 ਹੀ ਵੇਚਣੀ ਪੈਣੀ ਆ। ਇਸ ਚੱਕਰ 'ਚ ਪੰਜਾਬ ਦੀ ਜਿਹੜੀ ਇਕਨੋਮੀ ਆ ਉਹਨੇ ਹੋਰ ਡਿੱਗ ਪੈਣਾ, ਪੰਜਾਬ ਦੀ ਪਰ ਕੈਪੀਟਾ ਇਨਕਮ ਹੋਰ ਡਿੱਗ ਪੈਣੀ ਆ। ਸੋ ਇਸ ਨਾਲ ਕੀ ਹੋਊ? ਹੁਣ ਸਾਡੀਆਂ ਜ਼ਮੀਨਾਂ ਸਸਤੀਆਂ ਹੋਣਗੀਆਂ, ਹੋਰ 5-10 ਸਾਲਾਂ ਨੂੰ ਜ਼ਮੀਨਾਂ ਸਸਤੀਆਂ ਹੋਣਗੀਆਂ ਤੇ ਉਹ ਕਾਰਪੋਰੇਟ ਘਰਾਣੇ ਜਿਹੜੇ ਬੈਠੇ ਆ ਵੱਡੇ ਵੱਡੇ, ਉਹਨਾਂ ਨੇ ਆ ਕੇ ਇੱਥੇ ਜ਼ਮੀਨਾਂ ਵੀ ਖਰੀਦਣੀਆਂ, ਤੁਹਾਨੂੰ ਤੁਹਾਡੀਆਂ ਜ਼ਮੀਨਾਂ ਤੋਂ ਵੀ ਤੋੜਨਾ। ਮੈਂ ਜੇ ਕਹਿੰਦਾ ਹੋਂਦ ਦੀ ਲੜਾਈ ਆ, ਜੇ ਸਾਡੇ ਕੋਲੋਂ, ਸਾਡੇ ਕਿਸਾਨਾਂ ਕੋਲੋਂ ਆ ਸਾਡੇ ਹੱਥੋਂ ਨਿਕਲ ਗਈ ਨਾ, ਜਿਹਨੂੰ ਅਸੀਂ ਮਾਂ ਕਹਿੰਦੇ ਆ ਆਪਦੀ ਧਰਤੀ ਨੂੰ, ਬਾਈ ਜੀ ਹੋਂਦ ਤਾਂ ਭੁੱਲ ਜਾਓ, ਤੁਹਾਨੂੰ ਤੁਹਾਡੀ ਧਰਤੀ ਤੋਂ ਦੇਸ਼ ਨਿਕਾਲਾ ਮਿਲ ਜੂ। ਹੁਣ ਮੇਰੇ ਤੇ ਜਿਹੜੇ ਬੰਦੇ ਸਵਾਲ ਕਰਦੇ ਆ ਨਾ ਵੀ ਇਹ ਸਨੀ ਦਿਓਲ ਦੇ ਨਾਲ ਸੀ, ਬੀਜੇਪੀ ਦੇ ਅਗੇਂਸਟ ਬੋਲਦਾ, ਹੀ ਇਜ਼ ਅ ਬਲੈਕ ਸ਼ੀਪ, ਇਹ ਤਾਂ ਪਲਾਂਟ ਕੀਤਾ ਹੋਇਆ। ਲੈ ਮੈਂ ਇਹ ਕਹਿੰਦਾ ਮੇਰੇ ਆ 50-50 ਸਾਲ ਹੋ ਗਏ ਤੁਹਾਡੇ ਨਾਲ ਜਿਹੜੇ ਲੀਡਰ ਖੜੇ ਆ, ਹਰ ਬੰਦੇ ਨੇ ਗਦਾਰੀ ਕੀਤੀ ਆ, ਤੇ ਜੇ ਮੈਂ ਗਦਾਰੀ ਕਰ ਜਾ ਮੈਨੂੰ ਦੇਸ਼ ਨਿਕਾਲਾ ਦੇ ਦਿਓ, ਪੰਜਾਬ ਨਿਕਾਲਾ ਦੇ ਦਿਓ, ਮੁੜ ਕੇ ਨਹੀਂ ਮੈਂ ਮੂੰਹ ਦਿਖਾਉਂਦਾ। ਮੈਂ ਕੋਈ ਇਲੈਕਸ਼ਨ ਨਹੀਂ ਲੜਨੇ, ਮੈਂ ਤਾਂ ਉਹਦੇ ਲੋਕਾਂ ਲਈ ਲੜਨ ਆਇਆ। ਤੇ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਦਾ, ਬੈਠ ਕੇ ਸਾਨੂੰ ਢੰਗ ਲੱਭਣਾ ਪਊਗਾ, ਕੋਈ ਨਾ ਕੋਈ ਪੋਲੀਟੀਕਲ ਮਜਬੂਰੀ ਖੜੀ ਕਰਨੀ ਪਊਗੀ। ਜਦੋਂ ਤੱਕ ਅਸੀਂ ਇਹਨਾਂ ਦੀ ਮਜਬੂਰੀ ਨਹੀਂ ਖੜੀ ਕਰਦੇ, ਇਹ ਸਾਡੇ ਤੇ ਜ਼ੁਲਮ ਕਰਦੇ ਰਹਿਣਗੇ, ਸਾਡਾ ਸ਼ੋਸ਼ਣ ਕਰਦੇ ਰਹਿਣਗੇ, ਤੇ ਅਸਲ ਚੀਜ਼ ਨੂੰ ਦੱਬ ਕੇ ਆ ਸੁਸ਼ਾਂਤ ਸਿੰਘ, ਕੰਗਣਾ ਤੇ ਚਾਈਨਾ ਇਹੋ ਜਿਹੇ ਮੁੱਦੇ ਚੱਕ ਕੇ ਸਾਡੇ ਯੂਥ ਨੂੰ, ਸਾਡੀ ਨੌਜਵਾਨੀ ਨੂੰ ਵੀ ਫੜੀ ਰੱਖਣਗੇ। ਤਾਂ ਗੱਲ ਸਾਡੇ ਗ੍ਰੰਥਾਂ ਤੇ ਆ, ਅੱਜ ਗੱਲ ਸਾਡੀ ਕਿਸਾਨੀ ਤੇ ਆ। ਹੁਣ ਇਸੇ ਚੱਕਰ 'ਚ ਆਪਾਂ ਇਹ ਕਹਿੰਦੇ ਆ ਵੀ ਕਿਉਂ ਨਹੀਂ ਵਿਰੋਧ ਹੋ ਰਿਹਾ ਇਹਦਾ ਆਲ ਇੰਡੀਆ ਲੈਵਲ ਤੇ, ਬਿਹਾਰ, ਯੂਪੀ, MP, ਰਾਜਸਥਾਨ, ਇੱਥੇ ਕਿਉਂ ਨਹੀਂ ਵਿਰੋਧ ਹੋ ਰਿਹਾ? ਬਾਈ ਜੀ ਉੱਥੇ ਵਿਰੋਧ ਹੋ ਹੀ ਨਹੀਂ ਸਕਦਾ। ਪੈਸੇ ਤਾਂ ਅੱਜ ਸਾਡੀ ਜਿਹੜੀ ਕਿਸਾਨੀ ਆ, ਸਾਨੂੰ ਸਾਡੇ ਕੋਲੇ ਰਿਸੋਰਸਸ ਵੀ ਆ ਸਿੰਜਾਈ ਦੇ, ਸਾਡੇ ਕੋਲੇ ਪਾਣੀ ਵੀ ਆ, ਸਾਡੇ ਕੋਲੇ ਮਸ਼ੀਨਾਂ ਵੀ ਆ, ਸਾਡੇ ਕੋਲੇ ਲੇਬਰ ਵੀ ਹੁੰਦੀ ਸੀ। ਤੇ ਸਾਡੀ ਕਿਸਾਨੀ ਦਾ ਇੱਕ ਲੈਵਲ ਆ, ਉਹ ਲੈਵਲ ਨਹੀਂ ਰਹਿਣਾ। ਅਸੀਂ ਇਹਨਾਂ ਦੇ ਗੁਲਾਮ ਬਣ ਜਾਾਂਗੇ, ਸਲੇਬ ਬਣ ਜਾਾਂਗੇ, ਇਹਨਾਂ ਦੇ ਥੱਲੇ ਲੱਗ ਕੇ ਜਿਵੇਂ ਕਰਨਗੇ ਉਵੇਂ ਕੰਮ ਕਰਾਈ ਜਾਣਗੇ। ਇੱਕ ਗੱਲ ਹੋਰ ਯਾਦ ਰੱਖਿਓ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਤੁਸੀਂ ਲੜ ਕਿਹਦੇ ਨਾਲ ਰਹੇ ਹੋ, ਸੰਘਰਸ਼ ਕਿਹਦੇ ਖਿਲਾਫ ਕਰ ਰਹੇ ਹੋ। ਜੇ ਅਸੀਂ ਉਹਨਾਂ ਨੂੰ ਕਹਾਂਗੇ MSP ਹੈ ਨਹੀਂ, ਕਹਿਣਗੇ ਚੱਕੋ MSP। APMCs ਹੈ ਨਹੀਂ, ਜਿੱਥੇ ਜਾ ਕੇ ਅਸੀਂ ਫਸਲਾਂ ਵੇਚਦੇ ਸੀ, ਕਿਉਂਕਿ ਆਰਡੀਨੈਂਸ 'ਚ ਸਭ ਤੋਂ ਵੱਡੀ ਖਰਾਬੀ ਆ ਉੱਥੇ ਮਾਰਕੀਟ ਦੀ ਜਾਂ ਮੰਡੀ ਦੀ ਡੈਫੀਨੇਸ਼ਨ ਹੀ ਨਹੀਂ ਆ। ਜੇ ਸਾਰੇ ਦੇਸ਼ ਨੂੰ ਮੰਡੀ ਕਹੀ ਜਾਂਦੇ ਆ, ਉਹ ਡੈਫੀਨੇਸ਼ਨ ਹੀ ਨਹੀਂ ਆ ਕੋਈ। ਤਾਂ ਜੇ ਸਾਡੇ ਕੋਲੇ ਮੰਡੀ ਨਹੀਂ ਆ ਤਾਂ ਸਾਡੇ ਕੋਲੇ MSP ਨਹੀਂ ਆ। MSP ਜੇ ਹੋਵੇ ਵੀ, ਪਹਿਲਾਂ ਤਾਂ ਹੋਰ 6 ਮਹੀਨੇ ਸਾਲ ਬਾਅਦ MSP ਵੀ ਇਹ ਲੈ ਲੈਣਗੇ ਤੁਹਾਡੇ ਤੋਂ। ਜੇ ਹੋਵੇ ਵੀ ਬਾਈ ਜੀ, ਇੱਕ ਪਾਸੇ ਤਾਂ ਕਾਰਪੋਰੇਟ ਬੈਠਾ, ਇੱਕ ਪਾਸੇ ਵੱਡਾ ਵਪਾਰੀ ਬੈਠਾ, ਉਹਨੇ ਸਾਨੂੰ ਕਹਿਣਾ ਲਿਆ ਬਈ ਫਲਾਨਾ ਸਿਆ ਸੈਟ ਆਫ ਦੀ ਫਸਲ ਇੱਥੇ ਮੈਂ ਦਿੰਦਾ ਤੈਨੂੰ ਨਗਦ ਪੈਸੇ, ਤੇ ਮੈਂ ਜਿਹੜਾ 8.5% ਆੜਤੀਏ ਨੂੰ ਤੇ ਦੇਣਾ ਵਿੱਚੋਂ ਉਹ ਵੀ ਨਹੀਂ ਲੈਂਦਾ ਤੇਰੇ ਤੋਂ। ਤੇ ਆਪਣਾ ਤਾਂ ਕਿਸਾਨ ਪਹਿਲਾਂ ਜਿੱਦੇ ਫਸਲ ਆਪਾਂ ਕਣਕ ਨਿਕਲਦੀ ਆ ਅਗਲੇ ਦਿਨ ਵੇਚਣ ਨੂੰ ਤਿਆਰ ਹੁੰਦੇ ਆ, ਸਾਡੇ ਤਾਂ ਖਰਚੇ ਖੜੇ ਹੁੰਦੇ ਆ, ਅਸੀਂ ਕਿੱਥੋਂ ਭੰਡਾਰ ਰੱਖ ਲਾਂਗੇ ਉਹਨਾਂ ਦੇ। ਇਹਨਾਂ ਨੇ ਨਾਲ ਐਸੈਂਸ਼ੀਅਲ ਕਮੋਡਿਟੀ ਐਕਟ ਵੀ ਸੋਧ ਕੀਤੀ ਵੀ ਜਿੰਨਾ ਮਰਜ਼ੀ ਸਟੋਰ ਕਰੋ, ਕਿਸਾਨ ਨਹੀਂ ਸਟੋਰ ਕਰ ਸਕਦਾ, ਵਪਾਰੀ ਹੀ ਕਰ ਸਕਦਾ ਸਟੋਰ। ਇਹ ਵੀ ਸਮਝਣ ਦੀ ਜ਼ਰੂਰਤ ਆ। ਹੁਣ ਅਗਲਾ ਫਲਾਨਾ ਸਿਆ ਕਹੂਗਾ ਯਾਰ ਮੈਨੂੰ ਮਿਲਦੇ ਆ ਅੱਜ ਪੈਸੇ, ਉਹ ਵੀ ਨਗਦ, ਅੱਛਾ ਫਿਰ ਮੈਨੂੰ ਆੜਤੀਏ ਦੇ ਵੀ ਨਹੀਂ ਦੇਣੇ ਪੈਂਦੇ, ਸਿੱਟੋ ਵਪਾਰੀ ਦੇ। ਹੁਣ ਵਪਾਰੀ ਨੇ ਕਹਿਣਾ ਵੀ ਇੱਕ ਗੱਲ ਆ ਤੈਨੂੰ MSP ਤੋਂ 100 ਰੁਪਇਆ ਘੱਟ ਵੇਚਣੀ ਪਊਗਾ, ਆਪਾਂ ਕਹਾਂਗੇ ਆ ਚੱਕ ਯਾਰ ਸਾਨੂੰ ਤਾਂ ਜ਼ਰੂਰਤ ਆ। ਇਸ ਚੱਕਰ 'ਚ ਉਹ MSP ਦਾ ਤੇ ਉਸ APMC ਦਾ ਉਹਦਾ ਕੋਈ ਫਾਇਦਾ ਨਹੀਂ ਰਿਹਾ ਸਾਨੂੰ, ਉਸ ਮੰਡੀ ਦਾ ਕੋਈ ਫਾਇਦਾ ਨਹੀਂ ਰਿਹਾ। ਹੌਲੀ ਹੌਲੀ ਇਹ ਜਿਹੜੀ ਵਪਾਰੀ ਕਲਚਰ ਆ ਜਾਂ ਪੂੰਜੀਵਾਦ ਆ, ਇਹਨੇ ਸਾਡੇ ਤੇ ਹਾਵੀ ਹੋ ਜਾਣਾ, ਕਿਸਾਨੀ ਤੇ ਹਾਵੀ ਹੋ ਜਾਣਾ। ਤੇ ਪੂੰਜੀਵਾਦ ਨੇ ਤਾਂ ਮੁਨਾਫਾ ਦੇਖਣਾ, ਲੋਕ ਭਲਾਈ ਨਹੀਂ ਦੇਖਣੀ। ਸਰਕਾਰਾਂ ਲੋਕ ਭਲਾਈ ਤੇ ਕੰਮ ਕਰਦੀਆਂ ਹੀ ਨਹੀਂ,
ਸਮਝ ਲਓ ਇਹ। ਤੇ ਜੇ ਅਸੀਂ ਇਕੱਠੇ ਹੋ ਕੇ ਲੋਕ ਲਹਿਰ ਪੈਦਾ ਕਰ ਗਏ ਫੇਰ ਹੀ ਗੱਲ ਚੱਲਦੀਆਂ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਅੱਜ ਮੈਂ ਕਰਨੀਆਂ ਸੀ। ਇੱਕ ਗੱਲ, ਇੱਕ ਨਾ ਆ ਟਰੈਕਟਰ ਲੰਘ ਜਾਣ ਦੀ ਏ ਆਵਾਜ਼ ਜੀ ਵਿੱਚ ਆਉਂਦੀ ਆ, ਫੇਰ ਕਰਦੇ ਆ ਗੱਲ। ਇੱਕ ਜਰਮਨ ਮਿਨਿਸਟਰ ਸੀ ਹਿਟਲਰ ਦੀ ਗਵਰਨਮੈਂਟ 'ਚ, ਜੋਸਫ ਗਲੋਬ, ਉਹਨੇ ਇੱਕ ਗੱਲ ਕਹੀ ਸੀ ਅੰਗਰੇਜ਼ੀ 'ਚ, ਮੈਂ ਉਹਦਾ ਤਰਜਮਾ ਵੀ ਕਰ ਦੂੰਗਾ। ਆ ਲਾਈਟ 100 ਵਾਰੀ ਬੋਲਿਆ ਜਾਂਦਾ ਤਾਂ ਉਹ ਸੱਚ ਹੋ ਜਾਂਦਾ। ਤੇ ਜਿਹੜੀ ਪ੍ਰੋਪੇਗੈਂਡਾ ਪੋਲਿਟਿਕਸ ਹੈ ਨਾ ਅੱਜ ਦੀ, ਉਹ ਇਹੀ ਆ ਵੀ 100 ਵਾਰੀ ਝੂਠ ਬੋਲਦੇ ਆ, ਸਾਨੂੰ ਲੱਗਣ ਲੱਗ ਜਾਂਦਾ, ਸਾਡਾ ਨੋਸ਼ਨ ਤੇ ਧਾਰਨਾਵਾਂ ਇਹ ਬਣ ਜਾਂਦੀਆਂ ਵੀ ਇਹ ਤਾਂ ਸੱਚ ਗੱਲ ਕਰੀ ਜਾਂਦੇ ਆ। ਸੋ ਸਾਨੂੰ ਇਕੱਠੇ ਹੋ ਕੇ ਇਹ ਸੰਘਰਸ਼ ਵਿੱਢਣ ਦੀ ਜ਼ਰੂਰਤ ਆ। ਸਾਨੂੰ ਸਾਡੀ ਹੋਂਦ ਲਈ ਲੜਨਾ ਪਊਗਾ। ਸਾਡੀ ਹੋਂਦ ਸਾਡੀਆਂ ਗ੍ਰੰਥਾਂ ਨਾਲ ਜੁੜੀ ਆ, ਸਾਡੇ ਫਲਸਫਿਆਂ ਨਾਲ ਜੁੜੀ ਆ, ਸਾਡੀ ਮਿੱਟੀ ਨਾਲ ਜੁੜੀ ਆ। ਇਹ ਧਿਆਨ 'ਚ ਰੱਖਿਓ ਆਪਦੇ ਬਾਈ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਹਮੇਸ਼ਾ। ਆਈ ਐਮ ਆਲਵੇਜ਼ देयर ਵਿਦ ਯੂ, ਆਲਵੇਜ਼। I've come here to fight for my people. I've come here to fight for my land. And I will never betray you guys. And that's a promise. ਮੇਰੇ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ।